ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਮਲਾਰ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 16 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 17ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ ਤੇ ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਜੋ ਹੈ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1285 ਤੇ ਅੰਕਿਤ ਹੈ। ਸ਼ਲੋਕ ਮਹਿਲਾ ਤੀਜਾ। ਸਾਵਣ ਸਰਸੀ ਕਾਮਣੀ, ਗੁਰ ਸ਼ਬਦੀ ਵਿਚਾਰ, ਨਾਨਕ ਸਦਾ ਸੁਹਾਗਣੀ, ਗੁਰ ਕੈ ਹੇਤ ਅਪਾਰ। ਸਭ ਤੋਂ ਪਹਿਲਾਂ ਇਹ ਸਰਸੀ ਸ਼ਬਦ ਨੂੰ ਸਰਸੀ ਨਹੀਂ ਬੋਲਣਾ, ਸਰਸੀ ਬੋਲਣਾ ਹੈ। ਸਰਸੀ। ਸਾਵਣ ਸਰਸੀ ਕਾਮਣੀ, ਗੁਰ ਸ਼ਬਦੀ ਵਿਚਾਰ। ਸਰਸੀ ਦਾ ਮਤਲਬ ਸਰਸੀ, ਰਸ ਵਾਲੀ, ਰਸਦਾਇਕ ਜੀਵਨ, ਖੁਸ਼ੀ ਭਰਪੂਰ ਜੀਵਨ ਵਾਲੀ। ਸਾਵਣ ਦਾ ਮਤਲਬ ਸਾਵਣ ਦੇ ਮਹੀਨੇ ਵਿੱਚ, ਗੁਰ ਸ਼ਬਦੀ ਵਿਚਾਰ ਦਾ ਮਤਲਬ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ। ਜਿਵੇਂ ਸਾਵਣ ਦੇ ਮਹੀਨੇ ਦੇ ਅੰਦਰ ਬਰਸਾਤ ਪੈਂਦੀ ਹੈ, ਬਰਸਾਤ ਪੈਣ ਦੇ ਨਾਲ ਚਾਰ ਚੁਫੇਰੇ ਹਰਿਆਵਲ ਹੁੰਦੀ ਹੈ, ਵਨਸਪਤੀ ਦੇ ਅੰਦਰ ਇੱਕ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਸ ਜੀਵ ਇਸਤਰੀ ਦਾ ਪਿਆਰ ਪ੍ਰਭੂ ਦੇ ਚਰਨਾਂ ਕਮਲਾਂ ਦੇ ਨਾਲ ਹੈ, ਗੁਰੂ ਸ਼ਬਦ ਦੇ ਵਿਚਾਰ ਰਾਹੀਂ ਜਿਸ ਦਾ ਪ੍ਰਭੂ ਦੇ ਨਾਲ ਪਿਆਰ ਬਣਿਆ ਹੈ, ਉਹ ਜੀਵ ਇਸਤਰੀ ਰਸਦਾਇਕ ਜੀਵਨ ਵਾਲੀ ਹੈ। ਉਹ ਜੀਵਨ, ਉਹ ਰਸੀਏ ਜੀਵਨ ਵਾਲੀ ਹੈ। ਭਾਵ ਉਸ ਇਨਸਾਨ ਦੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਨੇ, ਰਸ ਹੈ, ਪ੍ਰਸੰਨਤਾ ਹੈ, ਵਿਗਾਸ ਹੈ, ਜੋ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਯਾਨੀ ਗੁਰੂ ਦੇ ਗਿਆਨ ਰਾਹੀਂ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਹੈ। ਉਹਦੇ ਜੀਵਨ ਵਿੱਚ ਰਸ ਪੈਦਾ ਹੋ ਜਾਂਦਾ ਹੈ। ਨਾਨਕ ਸਦਾ ਸੁਹਾਗਣੀ, ਗੁਰ ਕੈ ਹੇਤ ਅਪਾਰ। ਹੇਤ ਅਪਾਰ ਦਾ ਮਤਲਬ ਅਪਾਰ ਹਿਤ ਦੇ ਕਾਰਨ, ਅਪਾਰ ਪਿਆਰ ਦੇ ਕਾਰਨ। ਹੇ ਨਾਨਕ, ਸਤਿਗੁਰ ਦੇ ਨਾਲ ਅਪਾਰ ਪਿਆਰ ਕੀਤਿਆਂ ਜੀਵ ਇਸਤਰੀ ਸਦਾ ਸੁਹਾਗਵੰਤੀ ਰਹਿੰਦੀ ਹੈ। ਭਾਵ ਕਿ ਜੋ ਸਤਿਗੁਰ ਦੇ ਨਾਲ ਪਿਆਰ ਕਰਦੇ ਨੇ, ਉਹਨਾਂ ਦੀ ਜ਼ਿੰਦਗੀ ਅੰਦਰ ਖੁਸ਼ੀਆਂ ਰਹਿੰਦੀਆਂ ਨੇ, ਉਹ ਭਾਗਾਂ ਵਾਲੇ ਨੇ ਔਰ ਉਹਨਾਂ ਦੀਆਂ ਖੁਸ਼ੀਆਂ ਖੇੜੇ ਹਮੇਸ਼ਾ ਬਣੇ ਰਹਿੰਦੇ ਨੇ। ਮਹਿਲਾ ਤੀਜਾ। ਸਾਵਣ ਦੱਝੈ ਗੁਣ ਬਾਹਰੀ, ਜਿਸ ਦੂਜੈ ਭਾਏ ਪਿਆਰ। ਦੱਝੈ ਦਾ ਮਤਲਬ ਸੜਦੀ ਹੈ, ਗੁਣ ਬਾਹਰੀ ਦਾ ਮਤਲਬ ਗੁਣਾ ਤੋਂ ਸਖਣੀ, ਦੂਜੇ ਭਾਏ ਦਾ ਮਤਲਬ ਦੂਜੇ ਪਾਸੇ ਵੱਲ ਮਾਇਆ ਦੇ ਨਾਲ। ਤਾਂ ਸਾਵਣ ਦੇ ਮਹੀਨੇ ਵਿੱਚ ਆਪ ਸਾਰੇ ਕਰੀਬ ਇੰਡੀਆ ਤੋਂ ਰਹਿਣ ਵਾਲੇ ਹੋ ਤੇ ਆਪ ਨੇ ਵੇਖਿਆ ਹੋਣਾ ਵੀ ਅੱਕ ਤੇ ਜਵਾਂ, ਇਹ ਦੋ ਸਾਵਣ ਦੇ ਮਹੀਨੇ ਦੇ ਵਿੱਚ ਇਹਨਾਂ ਦੇ ਉੱਤੇ ਹਰਿਆਵਲ ਨਹੀਂ ਆਉਂਦੀ। ਬਰਸਾਤ ਪੈਣ ਤੋਂ ਬਾਅਦ ਇਹ ਖਤਮ ਹੁੰਦੇ ਨੇ। ਸਾਵਣ ਦੇ ਮਹੀਨੇ ਦੇ ਅੰਦਰ ਬੇਸ਼ੱਕ ਚਾਰ ਚੁਫੇਰੇ ਹਰਿਆਵਲ ਹੈ, ਖੁਸ਼ੀਆਂ ਖੇੜੇ ਨੇ, ਬਰਸਾਤ ਪਈ ਹੈ, ਹਾੜ ਦੀ ਠੰਡਕ ਖਤਮ ਹੋ ਗਈ ਹੈ, ਵਨਸਪਤੀ ਦੇ ਉੱਤੇ ਨਵੀਆਂ ਫੁੱਲ ਪੱਤੀਆਂ ਨੇ, ਫੁੱਲ ਆਦਿਕ ਨੇ, ਚਾਰ ਚੁਫੇਰੇ ਹਰਿਆਵਲ ਹੈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਵਣ ਦੇ ਮਹੀਨੇ ਵਿੱਚ ਜਿਸ ਜੀਵ ਦੇ ਮਨ ਅੰਦਰ ਗੁਣ ਨਹੀਂ, ਜੋ ਗੁਣਾ ਤੋਂ ਸਖਣਾ ਹੈ, ਦੱਝੇ ਦਾ ਮਤਲਬ ਉਹ ਜੀਵ ਸੜਦੇ ਨੇ, ਉਹਨਾਂ ਦੇ ਅੰਦਰ ਦੁੱਖ ਹੁੰਦਾ ਹੈ, ਉਹ ਹਮੇਸ਼ਾ ਅਸ਼ਾਂਤ ਰਹਿੰਦੇ ਨੇ। ਜਿਸ ਦੂਜੇ ਭਾਏ ਪਿਆਰ ਦਾ ਮਤਲਬ ਜਿਸ ਦਾ ਪ੍ਰਭੂ ਨੂੰ ਛੱਡ ਕੇ ਦੂਜੇ ਦੇ ਨਾਲ ਪਿਆਰ ਹੈ, ਦੂਜੇ ਪਾਸੇ ਵੱਲ ਪਿਆਰ ਹੈ, ਮਾਇਆ ਦੇ ਨਾਲ ਪਿਆਰ ਹੈ, ਵਿਕਾਰਾਂ ਦੇ ਨਾਲ ਪਿਆਰ ਹੈ। ਤਾਂ ਸਾਵਣ ਦੇ ਮਹੀਨੇ ਵਿੱਚ ਮੀਂਹ ਪਿਆ, ਹੋਰ ਤਾਂ ਸਾਰੇ ਵਣ ਤ੍ਰਿਣ ਹਰੇ ਭਰੇ ਹੋ ਜਾਂਦੇ ਨੇ, ਪਰ ਅੱਕ ਤੇ ਜਵਾਂ ਸੜ ਜਾਂਦੇ ਨੇ। ਜਿਵੇਂ ਨਾਮ ਅੰਮ੍ਰਿਤ ਦੀ ਵਰਖਾ ਹੋਇਆ, ਐਵੇਂ ਹੀ ਨਾਮ ਅੰਮ੍ਰਿਤ ਦੀ ਵਰਖਾ ਹੋਇਆ, ਯਾਨੀ ਜਦੋਂ ਅੰਦਰ ਗੁਣ ਵਰਸਦੇ ਨੇ, ਗੁਣਾਂ ਦੇ ਨਾਲ ਜੋ ਲੋਕ ਜੁੜਦੇ ਨੇ, ਉਹ ਤਾਂ ਖੁਸ਼ ਨੇ। ਲੇਕਿਨ ਜਿਹੜੇ ਗੁਣ ਵਿਹੂਣ ਜੀਵ ਇਸਤਰੀ ਹੈ, ਉਹ ਸਗੋਂ ਸੜਦੀ ਹੈ, ਕਿਉਂਕਿ ਉਹਦਾ ਪਿਆਰ ਗੁਣਾਂ ਦੇ ਨਾਲ ਨਹੀਂ ਹੈ। ਤਾਂ ਭਾਵ ਇਸ ਦਾ ਇਹ ਹੈ ਕਿ ਬੇਸ਼ੱਕ ਚਾਰ ਚੁਫੇਰੇ ਖੁਸ਼ੀਆਂ ਬਰਸ ਰਹੀਆਂ ਹੋਣ, ਪਰ ਜੇ ਬੰਦੇ ਦੀ ਜ਼ਿੰਦਗੀ ਦੇ ਅੰਦਰ ਗੁਣ ਨਹੀਂ ਹਨ, ਜੋ ਗੁਣਾਂ ਤੋਂ ਸਖਣਾ ਹੈ, ਉਹਦੇ ਅੰਦਰ ਹਮੇਸ਼ਾ ਕੀਨਾ ਔਰ ਸਾੜਾ ਬਣਿਆ ਰਹੇਗਾ। ਨਾਨਕ ਪਿਰਕੀ ਸਾਰ ਨਾ ਜਾਣਈ, ਸਭ ਸ਼ਿੰਗਾਰ ਖੁਆਰ। ਸਾਰ ਦਾ ਮਤਲਬ ਕਦਰ, ਜਾਣਈ ਦਾ ਮਤਲਬ ਜਾਣੇ ਜਾਂ ਜਾਣਦੀ ਹੈ। हे ਨਾਨਕ,
ਇਸਤਰੀ ਨੂੰ ਪਤੀ ਦੀ ਸਾਰ ਨਹੀਂ ਪਈ ਤਾਂ ਉਹਦਾ ਹੋਰ ਸਾਰਾ ਹਾਰ ਸ਼ਿੰਗਾਰ ਪਿਆਰ ਕਰਨ ਵਾਲਾ ਇਹ ਨਹੀਂ ਹੈ। ਫਿਰ ਕੀ ਸਾਰ ਨਾ ਜਾਣੇ ਸਭ ਸਿੰਗਾਰ ਖੁਆਰ, ਤਾਂ ਉਹਦਾ ਸਾਰਾ ਹਾਰ ਸ਼ਿੰਗਾਰ ਜਿਹੜਾ ਹੈ ਖੁਆਰ ਕਰਨ ਵਾਲਾ ਹੈ। ਜੇ ਪਤੀ ਦੇ ਨਾਲ ਪਿਆਰ ਨਹੀਂ ਤੇ ਹਾਰ ਸ਼ਿੰਗਾਰ ਲਗਾਇਆ ਹੋਏ ਤਾਂ ਉਸ ਇਸਤਰੀ ਦੀ ਜ਼ਿੰਦਗੀ ਅੰਦਰ ਖੁਸ਼ੀ ਪੈਦਾ ਨਹੀਂ ਹੁੰਦੀ। ਤਾਂ ਇੱਥੇ ਦਾ ਭਾਵ ਇਹ ਹੈ ਕਿ ਜੇ ਰੱਬੀ ਗੁਣਾਂ ਦੇ ਨਾਲ ਪਿਆਰ ਨਹੀਂ, ਰੱਬੀ ਰਜ਼ਾ ਅਨੁਸਾਰ ਬੰਦਾ ਜ਼ਿੰਦਗੀ ਨਹੀਂ ਜੀਂਦਾ, ਲੇਕਿਨ ਹਾਰ ਸ਼ਿੰਗਾਰ ਲਗਾਇਆ ਹੋਇਆ ਹੈ। ਹਾਰ ਸ਼ਿੰਗਾਰ ਦਾ ਮਤਲਬ ਧਾਰਮਿਕ ਪਹਿਨਾਵਾ ਪਹਿਨਿਆ ਹੋਇਆ ਹੈ, ਧਾਰਮਿਕ ਚਿੰਨ੍ਹ ਧਾਰਨ ਕਰੇ ਹੋਏ ਨੇ। ਬਾਹਰੀ ਤੌਰ ਤੇ ਪਹਿਨਾਵਾ ਧਾਰਮਿਕ ਹੈ, ਬਾਹਰੀ ਤੌਰ ਤੇ ਬੰਦਾ ਕਰਮ ਕਾਂਡ ਕਰਦਾ ਹੈ, ਇਹ ਹਾਰ ਸ਼ਿੰਗਾਰ ਅਪਣਾਇਆ ਹੋਇਆ ਹੈ, ਲੇਕਿਨ ਰੱਬੀ ਗੁਣਾਂ ਦੀ ਕਦਰ ਨਹੀਂ ਹੈ ਤਾਂ ਉਹਦੇ ਇਹ ਜਿੰਨੇ ਵੀ ਕਰਮ ਕਾਂਡ ਨੇ ਜਾਂ ਧਾਰਮਿਕ ਪਹਿਨਾਵੇ ਨੇ ਉਹ ਖੁਆਰੀ ਦਾ ਕਾਰਨ ਹੀ ਬਣਦੇ ਨੇ, ਉਹਦੇ ਰਾਹੀਂ ਸੁਖ ਪੈਦਾ ਨਹੀਂ ਹੁੰਦਾ। ਪੌੜੀ। ਸੱਚਾ ਅਲਖ ਅਭਿਓ ਹਠ ਨਾ ਪਤੀਜਈ। ਅਭਿਓ ਦਾ ਮਤਲਬ ਜਿਸ ਦਾ ਭੇਦ ਨਹੀਂ ਪਾਇਆ ਜਾਂਦਾ, ਅੰਤ ਨਹੀਂ ਪਾਇਆ ਜਾਂਦਾ। ਅਲਖ ਦਾ ਮਤਲਬ ਜੋ ਇਹਨਾਂ ਅੱਖਾਂ ਦੇ ਨਾਲ ਦਿਸਦਾ ਨਹੀਂ, ਕਿਉਂਕਿ ਉਹਦਾ ਰੂਪ ਰੇਖ ਰੰਗ ਆਕਾਰ ਨਹੀਂ ਹੈ। ਅਭਿਓ ਦਾ ਮਤਲਬ ਜਿਹਦਾ ਭੇਦ ਨਹੀਂ ਪਾਇਆ ਜਾਂਦਾ, ਤੇ ਹਠ ਦਾ ਮਤਲਬ ਹੈ ਹਠ ਯੋਗ, ਮਨ ਹੱਠ ਦੇ ਕੀਤੇ ਹੋਏ ਕਰਮਾਂ ਦੇ ਨਾਲ, ਜਿਹੜੇ ਕਰਮ ਦਿਲੋਂ ਨਾ ਕੀਤੇ ਜਾਣ, ਨਿਰਾ ਮਨ ਦੇ ਉੱਤੇ ਦਬਾਅ ਪਾ ਕੇ ਕੀਤੇ ਕਰਮ ਜਿਹੜੇ ਨੇ। ਭਤੀਜੇ ਦਾ ਮਤਲਬ ਖੁਸ਼ ਨਹੀਂ ਹੁੰਦਾ। ਤਾਂ ਗੁਰੂ ਜੀ ਕਹਿੰਦੇ ਨੇ ਜੀਵਾਂ ਦੇ ਹੱਠ ਨਾਲ, ਭਾਵ ਕਿਸੇ ਹੱਠ ਦੇ ਨਾਲ ਕੀਤੇ ਕਰਮ ਨਾਲ ਸੱਚਾ ਪ੍ਰਭੂ ਰਾਜੀ ਨਹੀਂ ਹੁੰਦਾ। ਜੋ ਅਦ੍ਰਿਸ਼ਟ ਹੈ ਔਰ ਜਿਸ ਦਾ ਭੇਦ ਨਹੀਂ ਪਾਇਆ ਜਾਂਦਾ, ਉਹ ਹੱਠ ਦੇ ਕਰਮਾਂ ਦੇ ਨਾਲ ਖੁਸ਼ ਨਹੀਂ ਹੁੰਦਾ। ਜਿਵੇਂ ਜੇ ਕੋਈ ਕਹੇ ਕਿ ਮੈਂ ਸਮਾਧੀ ਲਾਈ ਜਾਵਾਂ, ਜਾਂ ਮੈਂ ਤੀਰਥਾਂ ਤੇ ਨਹਾ ਲਵਾਂ, ਜਾਂ ਮੈਂ ਜਲ ਧਾਰਾਵਾਂ ਕਰ ਲਵਾਂ, ਜੋ ਕੱਲ ਦੀ ਪੌੜੀ ਦੇ ਅੰਦਰ ਕਰਮ ਕਾਂਡ ਗਿਣੇ ਸਨ, ਤੇ ਇਹਨਾਂ ਕੰਮਾਂ ਦੇ ਨਾਲ ਮੈਂ ਰੱਬ ਨੂੰ ਖੁਸ਼ ਕਰ ਲਵਾਂ, ਤਾਂ ਐਵੇਂ ਖੁਸ਼ੀ ਨਹੀਂ ਮਿਲਦੀ। ਰੱਬੀ ਖੁਸ਼ੀ ਮਿਲਦੀ ਹੈ ਗੁਣਾਂ ਦੇ ਧਾਰਨੀ ਹੋਣ ਨਾਲ, ਰੱਬੀ ਰਜ਼ਾ ਦੇ ਵਿੱਚ ਤੁਰਨ ਦੇ ਨਾਲ, ਮਨ ਬਚ ਕਰਮ ਕਰਕੇ ਸੱਚ ਦੇ ਧਾਰਨੀ ਹੋਣ ਦੇ ਨਾਲ। ਵਿਖਾਵੇ ਦੇ ਕੰਮਾਂ ਦੇ ਨਾਲ ਰੱਬ ਖੁਸ਼ ਨਹੀਂ ਹੁੰਦਾ। ਇੱਕ ਗਾਵੇਂ ਰਾਗ ਭਰੀਆਂ ਰਾਗ ਨਾ ਭੀਜਈ। ਹੁਣ ਦੇਖੋ, ਇੱਕ ਗਾਵੇਂ ਰਾਗ, ਇੱਥੇ ਰਾਗ ਦਾ ਗੱਗਾ ਮੁਕਤਾ ਹੈ। ਇਹਦਾ ਮਤਲਬ ਇਹ ਬਹੁਵਚਨੀ ਸ਼ਬਦ ਹੈ। ਜੇ ਰਾਗ ਦੇ ਗੱਗੇ ਥੱਲੇ ਔਂਕੜ ਹੁੰਦਾ ਫਿਰ ਇੱਕ ਰਾਗ ਦੀ ਗੱਲ ਹੋਣੀ ਸੀ, ਤੇ ਅੱਗੇ ਰਾਗ ਨਾ ਭੀਜਈ, ਇੱਥੇ ਰਾਗ ਦੇ ਗੱਗੇ ਨਾਲ ਸਿਹਾਰੀ ਲੱਗੀ। ਇਹਦਾ ਮਤਲਬ ਰਾਗ ਰਾਹੀਂ, ਰਾਗ ਦੇ ਜ਼ਰੀਏ। ਇੱਕ ਦਾ ਮਤਲਬ ਕਈ, ਤਾਂ ਇੱਕ ਗਾਵੇਂ ਰਾਗ ਪਰੀਆਂ, ਪਰੀਆਂ ਦਾ ਮਤਲਬ ਰਾਗਣੀਆਂ। ਕਈ ਲੋਕ ਰਾਗ ਰਾਗਣੀਆਂ ਗਾਉਂਦੇ ਨੇ, ਲੇਕਿਨ ਰਾਗ ਨਾ ਭੀਜਈ, ਕੱਲੇ ਰਾਗ ਗਾਣ ਦੇ ਨਾਲ ਨਾ ਭੀਜਈ ਦਾ ਮਤਲਬ ਰੱਬ ਖੁਸ਼ ਨਹੀਂ ਹੁੰਦਾ। ਕਈ ਲੋਕ ਰਾਗ ਰਾਗਣੀਆਂ ਗਾਉਂਦੇ ਨੇ, ਪਰ ਪ੍ਰਭੂ ਰਾਗ ਗਾਣ ਨਾਲ ਖੁਸ਼ ਨਹੀਂ ਹੁੰਦਾ ਕਿ ਰਾਗ ਗਾਣ ਦੇ ਨਾਲ ਖੁਸ਼ ਹੋ ਜਾਏ। ਹੁਣ ਰਾਗ ਤੇ ਬੰਦਾ ਗਾ ਰਿਹਾ ਹੈ, ਰਾਗ ਗਾਣ ਦਾ ਉਹ ਮਾਸਟਰ ਹੈ, ਲੇਕਿਨ ਉਸ ਬੰਦੇ ਦਾ ਜੇ ਆਚਰਣ ਚੰਗਾ ਨਹੀਂ, ਬੋਲ ਬਾਣੀ ਚੰਗੀ ਨਹੀਂ, ਬਿਹੇਵੀਅਰ ਚੰਗਾ ਨਹੀਂ, ਦਇਆ ਨਹੀਂ, ਪਿਆਰ ਨਹੀਂ, ਇਨਸਾਨੀਅਤ ਨਹੀਂ, ਤਾਂ ਰੱਬ ਕੱਲਾ ਰਾਗ ਗਾਣ ਦੇ ਨਾਲ ਖੁਸ਼ ਥੋੜਾ ਹੋ ਜਾਣਾ ਤੇ ਰਾਗ ਗਾਣ ਦੇ ਨਾਲ ਖੁਸ਼ ਹੋ ਜਾਏਗਾ। ਰਾਗ ਰਾਗਨੀ ਡਿੰਬ ਹੋਏ ਬੈਠਾ ਉਨ ਹਰ ਪੈ ਕਿਆ ਲੀਨਾ। ਸਗੋਂ ਗੁਰੂ ਜੀ ਕਹਿੰਦੇ ਨੇ ਜੋ ਰਾਗ ਰਾਗਣੀਆਂ ਗਾ ਕੇ ਪਖੰਡ ਕਰਕੇ ਲੋਕਾਂ ਨੂੰ ਲੁੱਟਦਾ, ਉਹਨੇ ਰੱਬ ਤੋਂ ਕੀ ਲਿਆ? ਕੁਛ ਵੀ ਨਹੀਂ ਲਿਆ। ਤਾਂ ਹਠ ਯੋਗ ਦੇ ਨਾਲ ਰੱਬ ਖੁਸ਼ ਨਹੀਂ ਹੁੰਦਾ। ਕਈ ਲੋਕ ਰਾਗ ਰਾਗਣੀਆਂ ਗਾਉਂਦੇ ਨੇ, ਪਰ ਇਸ ਤਰ੍ਹਾਂ ਰੱਬ ਨਹੀਂ ਖੁਸ਼ ਹੁੰਦਾ। ਇੱਕ ਨੱਚ ਨੱਚ ਪੂਰੇ ਤਾਲ ਭਗਤ ਨਾ ਕੀਜਈ। ਨੱਚ ਨੱਚ ਦਾ ਮਤਲਬ ਨੱਚ ਨੱਚ ਕੇ, ਪੂਰੇ ਤਾਲ ਦਾ ਮਤਲਬ ਤਾਲ ਦਿੰਦੇ ਨੇ, ਯਾਨੀ ਜੋੜੀ ਦੇ ਤਾਲ ਦੇ ਨਾਲ ਆਪਣੇ ਪੈਰਾਂ ਦਾ ਤਾਲ ਮਿਲਾਉਂਦੇ ਨੇ, ਐਨ ਤਾਲ ਦੇ ਅੰਦਰ ਨੱਚਦੇ ਨੇ। ਭਗਤ ਨਾ ਕੀਜਈ ਦਾ ਮਤਲਬ ਉਹ ਰੱਬ ਦੀ ਭਗਤੀ ਨਹੀਂ ਕਰ ਰਿਹਾ। ਕਈ ਬੰਦੇ ਨੱਚ ਨੱਚ ਕੇ ਤਾਲ ਪੂਰਦੇ ਨੇ। ਆਪਨੇ ਵੇਖਿਆ ਹੋਵੇਗਾ ਕਈ ਰਾਸ ਲੀਲਾ ਪਾਉਣ ਵਾਲੇ ਨੱਚ ਰਹੇ ਨੇ ਔਰ ਉਹਨੂੰ ਰੱਬ ਦੀ ਭਗਤੀ ਸਮਝਦੇ ਨੇ। ਹੁਣ ਤਾਲ ਦੇ ਅੰਦਰ ਨੱਚ ਲੈਣਾ ਇੱਕ ਕਲਾ ਤਾਂ ਹੋ ਸਕਦੀ ਹੈ, ਪਰ ਇਸ ਕਲਾ ਦੇ ਨਾਲ ਰੱਬ ਨਹੀਂ ਖੁਸ਼ ਹੁੰਦਾ। ਵੀ ਜੇ ਕਿਸੇ ਨੇ ਨੱਚ ਲਿਆ ਹੈ ਚੰਗਾ, ਤੇ ਨੱਚਣਾ ਕੋਈ ਰੱਬ ਦੀ ਭਗਤੀ ਨਹੀਂ ਹੈ ਜੇ ਉਹ ਗੁਣਾਂ ਦਾ ਧਾਰਨੀ ਨਹੀਂ। ਭਗਤ ਨਾ ਕੀਜਈ ਦਾ ਮਤਲਬ ਗੁਣਾਂ ਦੇ ਧਾਰਨੀ ਨਹੀਂ ਹੁੰਦੇ, ਤਾਂ ਇਹ ਰੱਬ ਦੀ ਭਗਤੀ ਨਹੀਂ ਹੈ। ਐਵੇਂ ਤਾਲ ਪੂਰਨ ਦੇ ਨਾਲ ਰੱਬ ਖੁਸ਼ ਨਹੀਂ ਹੁੰਦਾ। ਇੱਕ ਅੰਨ ਨਾ ਖਾਹੇ ਮੂਰਖ ਤਿਨਾ ਕਿਆ ਕੀਜਈ। ਇੱਕ ਦਾ ਮਤਲਬ ਕਈ, ਮੂਰਖ ਦਾ ਮਤਲਬ ਮੂਰਖ ਬੰਦੇ।
ਕਈ ਮੂਰਖ ਲੋਕ ਅੰਨ ਨਹੀਂ ਖਾਂਦੇ ਤੇ ਉਹ ਇਹ ਸਮਝਦੇ ਨੇ ਵੀ ਅੰਨ ਨਾ ਖਾਣਾ ਭਗਤੀ ਹੈ। ਅੰਨ ਨਾ ਖਾਣਾ ਭਗਤੀ ਹੈ, ਇਹਨੂੰ ਭਗਤੀ ਸਮਝਦੇ ਨੇ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਇੱਕ ਮੂਰਖ ਲੋਕ ਅੰਨ ਨਹੀਂ ਖਾਂਦੇ ਤੇ ਉਹਨਾਂ ਦਾ ਕੀ ਕਰੀਏ, ਉਹਨਾਂ ਨੂੰ ਕੀ ਕਹੀਏ ਵੀ ਉਹ ਭਗਤੀ ਕਰ ਰਹੇ ਨੇ। ਜੇ ਅੰਨ ਛੱਡਣ ਦੇ ਨਾਲ ਰੱਬ ਮਿਲਦਾ ਹੋਵੇ ਤਾਂ ਉਹ ਗਰੀਬ ਲੋਕ ਜਿਨ੍ਹਾਂ ਵਿਚਾਰਿਆਂ ਨੂੰ ਰੋਟੀ ਖਾਣ ਨੂੰ ਮਿਲਦੀ ਨਹੀਂ, ਉਹ ਤੇ ਫਿਰ ਸਾਰੇ ਬ੍ਰਹਮ ਗਿਆਨੀ ਹੋਣ। ਅੰਨੇ ਬਿਨਾ ਨਾ ਹੋਏ ਸੁਕਾਲ, ਤਜਿਏ ਅੰਨ ਨਾ ਮਿਲੇ ਗੋਪਾਲ। ਤਾਂ ਅੰਨ ਛੱਡਣਾ ਕੋਈ ਭਗਤੀ ਨਹੀਂ ਹੈ। ਅੰਨ ਨਾ ਖਾਏ ਲੇਕਿਨ ਬੰਦਾ ਵਿਕਾਰੀ ਹੋਵੇ, ਝੂਠਾ ਹੋਵੇ, ਫਰੀਬੀ ਹੋਵੇ ਤਾਂ ਇਹਦੇ ਨਾਲ ਰੱਬ ਖੁਸ਼ ਨਹੀਂ ਹੁੰਦਾ। ਤ੍ਰਿਸ਼ਨਾ ਹੋਈ ਬਹੁਤ ਕਿਵੇਂ ਨਾ ਧੀਜਈ। ਧੀਜਈ ਦਾ ਮਤਲਬ ਧੀਰਜ ਆਉਣਾ, ਕਿਵੇਂ ਦਾ ਮਤਲਬ ਕਿਸੇ ਤਰ੍ਹਾਂ ਵੀ। ਜੀਵ ਦੀ ਵਧੀ ਹੋਈ ਤ੍ਰਿਸ਼ਨਾ ਇਹਨਾਂ ਕਰਮਾਂ ਦੇ ਨਾਲ ਕਿਸੇ ਤਰ੍ਹਾਂ ਵੀ ਸ਼ਾਂਤ ਨਹੀਂ ਹੁੰਦੀ। ਜਿੰਨੇ ਵੀ ਇਹ ਕਰਮ ਗੁਰੂ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਅੰਦਰ ਗਿਣੇ ਨੇ, ਇਹ ਸੱਚਾ ਅਲਖ ਅਪਿਓ ਹਠ ਨਾ ਪਤੀਜੀ, ਵੀ ਉਹ ਹਠ ਯੋਗ ਦੇ ਨਾਲ ਖੁਸ਼ ਨਹੀਂ ਹੁੰਦਾ। ਹੁਣ ਹਠ ਯੋਗ ਕਰਨ ਦੇ ਨਾਲ ਤ੍ਰਿਸ਼ਨਾ ਥੋੜੀ ਖਤਮ ਹੋ ਜਾਏਗੀ। ਰਾਗ ਪਰੀਆਂ ਰਾਗਣੀਆਂ ਗਾਣ ਦੇ ਨਾਲ ਨਾ ਰੱਬ ਹੀ ਖੁਸ਼ ਹੋਣਾ, ਨਾ ਹੀ ਤ੍ਰਿਸ਼ਨਾ ਨੇ ਮਿਟਣਾ ਹੈ। ਤਾਲ ਪੂਰਨ ਦੇ ਨਾਲ ਕਦੇ ਵੀ ਧੀਰਜ ਨਹੀਂ ਆਉਂਦੀ ਬੰਦੇ ਨੂੰ। ਅੰਨ ਛੱਡਣ ਦੇ ਨਾਲ ਕਦੇ ਵੀ ਬੰਦੇ ਦਾ ਆਚਰਨ ਆਦਰਸ਼ ਉੱਚਾ ਨਹੀਂ ਹੁੰਦਾ, ਧੀਰਜ ਨਹੀਂ ਆਉਂਦੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਰਮ ਵਧੇ ਕੇ ਲੋ ਖਪ ਮਰੀਜੀ। ਕਰਮ ਕਾਂਡ ਵਿੱਚ ਵਧੇ ਦਾ ਮਤਲਬ ਇੱਥੇ ਹੈ ਬੱਝੇ ਹੋਏ ਨੇ। ਖਪ ਮਰੀਜੀ ਦਾ ਮਤਲਬ ਖਪ ਖਪ ਕੇ ਮਰਦੇ ਨੇ, ਆਤਮਕ ਮੌਤ ਸਹਿੜ ਲੈਂਦੇ ਨੇ। ਬਹੁਤ ਸਾਰੇ ਲੋਕ ਇਹਨਾਂ ਕਰਮਾਂ ਕਾਂਡਾਂ ਦੇ ਅੰਦਰ ਬੱਝੇ ਹੋਏ ਨੇ ਔਰ ਬਹੁਤ ਕਰਮ ਕਾਂਡ ਕਰ ਰਹੇ ਨੇ। ਖਪ ਮਰੀਜੀ ਔਰ ਖਪ ਖਪ ਕੇ ਮਰ ਰਹੇ ਨੇ। ਖਪ ਖਪਨ ਦਾ ਮਤਲਬ ਕਿ ਦੁਖੀ ਹੋਣਾ, ਤਨ ਨੂੰ ਦੁੱਖ ਦੇਣਾ। ਮਰੀਜੀ ਦਾ ਮਤਲਬ ਆਤਮਕ ਮੌਤ ਤੇ ਮਰ ਰਹੇ ਨੇ, ਖਪ ਰਹੇ ਨੇ, ਆਤਮਕ ਮੌਤ ਤੇ ਮਰੇ ਹੋਏ ਨੇ। ਇਹ ਨਹੀਂ ਕਰਦੇ ਕਿ ਉਹ ਗੁਨਾਹ ਦੇ ਧਾਰਨੀ ਹੋ ਜਾਣ, ਸਤ ਸੰਤੋਖ ਦਇਆ ਧਰਮ ਦੇ ਔਰ ਚੰਗੀ ਭਲੀ ਕਿਰਤ ਕਰਨ ਤੇ ਆਰਾਮ ਦੀ ਜ਼ਿੰਦਗੀ ਜੀਣ। ਗੁਰੂ ਜੀ ਕਹਿੰਦੇ ਨੇ ਬਹੁਤ ਲੋਕ ਇਹਨਾਂ ਕਰਮ ਕਾਂਡਾਂ ਦੇ ਵਿੱਚ ਬੱਝੇ ਹੋਏ ਆਤਮਕ ਮੌਤ ਸਹਿੜ ਰਹੇ ਨੇ ਔਰ ਖਪ ਰਹੇ ਨੇ। ਤਾਂ ਹੁਣ ਅਖੀਰਲੀ ਪੰਕਤੀ ਦੇ ਅੰਦਰ ਸੋਲੂਸ਼ਨ ਦੱਸ ਰਹੇ ਨੇ ਕਿ ਹੱਲ ਕੀ ਹੈ, ਕਰਨਾ ਕੀ ਚਾਹੀਦਾ ਹੈ। ਲਾਹਾ ਨਾਮ ਸੰਸਾਰ ਅੰਮ੍ਰਿਤ ਪੀਜਈ। ਸੰਸਾਰ ਦੇ ਰਾਰੇ ਨਾਲ ਸਿਹਾਰੀ ਹੋਣ ਕਰਕੇ ਸੰਸਾਰ ਵਿੱਚ ਅੰਮ੍ਰਿਤ ਦਾ ਮਤਲਬ ਆਤਮਕ ਜੀਵਨ ਦੇਣ ਵਾਲਾ ਨਾਮ ਜਲ, ਤੇ ਇੱਥੇ ਨਾਮ ਦਾ ਮਤਲਬ ਹੈ ਹੁਕਮ ਜਾਂ ਰੱਬ ਦੀ ਸਿਫਤ ਸਲਾਹ। ਲਾਹਾ ਨਾਮ ਸੰਸਾਰ, ਸੰਸਾਰ ਦੇ ਅੰਦਰ ਜੋ ਲਾਹਾ ਹੈ ਉਹ ਹੈ ਰੱਬੀ ਗੁਣਾ ਦੇ ਧਾਰਨੀ ਹੋਣਾ ਔਰ ਰੱਬੀ ਰਜ਼ਾ ਦੇ ਅੰਦਰ ਤੁਰਨਾ, ਪ੍ਰਭੂ ਦੇ ਹੁਕਮ ਵਿੱਚ ਤੁਰਨਾ, ਪ੍ਰਭੂ ਦੀ ਸਿਫਤ ਸਲਾਹ ਕਰਨਾ ਹੀ ਸੰਸਾਰ ਦੇ ਅੰਦਰ ਲਾਹਾ ਹੈ। ਤੇ ਜਿਹੜੇ ਇਹ ਲਾਹਾ ਖੱਟਦੇ ਨੇ ਉਹ ਅੰਮ੍ਰਿਤ ਪੀ ਰਹੇ ਨੇ, ਉਹ ਆਤਮਕ ਜੀਵਨ ਜੀ ਰਹੇ ਨੇ, ਕਿਉਂਕਿ ਇਹ ਰੱਬੀ ਗੁਣ ਔਰ ਰੱਬੀ ਰਜ਼ਾ ਹੀ ਆਤਮਕ ਜੀਵਨ ਦੇਣ ਵਾਲਾ ਇੱਕ ਜਲ ਹੈ। ਯਾਨੀ ਇਹ ਰੱਬੀ ਗੁਣ ਹੀ ਸਾਨੂੰ ਆਤਮਕ ਜੀਵਨ ਦੇ ਸਕਦੇ ਨੇ, ਇਨਸਾਨੀਅਤ ਪੈਦਾ ਕਰ ਸਕਦੇ ਨੇ। ਉਹ ਲੋਕ ਆਤਮਕ ਜੀਵਨ ਮਾਣ ਰਹੇ ਨੇ ਜੋ ਰੱਬੀ ਗੁਣ ਗਾਉਂਦੇ ਨੇ ਔਰ ਰੱਬੀ ਰਜ਼ਾ ਵਿੱਚ ਤੁਰਦੇ ਨੇ। ਹਰ ਭਗਤੀ ਅਸਨੇ ਗੁਰਮੁਖ ਕੀ ਜਈ। ਕੀ ਜਈ ਦਾ ਮਤਲਬ ਲੈਂਦੇ ਨੇ, ਘਿੰਨਦੇ ਨੇ। ਜਿਵੇਂ ਇਹ ਚੀਜ਼ ਘਿੰਨ ਲੋ, ਘਿੰਨ ਲੋ ਦਾ ਮਤਲਬ ਲੈਣਾ। ਵੈਸੇ ਭਾਈ ਸਾਹਿਬ ਸਿੰਘ ਜੀ ਦਾ ਅਰਥ ਕਰ ਰਹੇ ਨੇ ਭਿੱਜਣਾ, ਭਿੱਜ ਜਾਣਾ, ਤੇ ਕੀ ਜਈ ਦਾ ਮਤਲਬ ਅਰਥ ਹੈ ਘਿੰਨਣਾ, ਲੈਣਾ। ਹਰ ਭਗਤੀ ਅਸਨੇ ਗੁਰਮੁਖ ਕੀ ਜਈ। ਗੁਰਮੁਖ ਦਾ ਮਤਲਬ ਗੁਰੂ ਦੇ ਰਾਹੀਂ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੀ ਬੰਦਗੀ ਔਰ ਪ੍ਰਭੂ ਦੇ ਪਿਆਰ ਨੂੰ ਪ੍ਰਾਪਤ ਕਰਦਾ ਹੈ। ਯਾਨੀ ਜੋ ਰੱਬੀ ਗੁਣ ਨੇ, ਰੱਬੀ ਰਜ਼ਾ ਵਿੱਚ ਚੱਲਣ ਵਾਲਾ ਜੀਵਨ ਹੈ, ਉਹ ਗੁਰੂ ਦੇ ਜ਼ਰੀਏ ਮਿਲਦਾ ਹੈ। ਤਾਂ ਸਾਰੀ ਪੌੜੀ ਦਾ ਭਾਵ ਇਹ ਹੈ ਕਿ ਮਨਹਠ ਦੇ ਨਾਲ ਕਦੇ ਵੀ ਆਤਮਕ ਖੁਸ਼ੀ, ਖੇੜਾ, ਸ਼ਾਂਤੀ ਨਹੀਂ ਮਿਲਦੀ, ਪ੍ਰਭੂ ਦਾ ਮਿਲਾਪ ਨਹੀਂ ਹੁੰਦਾ। ਸਗੋਂ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣਾ, ਗੁਰੂ ਤੋਂ ਗਿਆਨ ਦੀ ਦਾਤ ਲੈਣਾ ਔਰ ਗੁਰੂ ਰਾਹੀਂ ਜੀਵਨ ਜੀ ਕੇ ਗੁਣਾਂ ਦੇ ਧਾਰਨੀ ਹੋਣਾ ਹੀ ਸੱਚੇ ਜੀਵਨ ਦਾ ਇੱਕੋ ਇੱਕ ਰਾਸਤਾ ਹੈ। ਔਰ ਇਹ ਗੁਣਾਂ ਵਾਲਾ ਜੀਵਨ ਗੁਰੂ ਪਾਸੋਂ ਮਿਲਦਾ ਹੈ, ਗੁਰੂ ਦੇ ਰਾਹੀਂ ਇਹ ਪ੍ਰਾਪਤ ਹੁੰਦਾ ਹੈ। ਸ਼ਲੋਕ ਮਹਿਲਾ ਤੀਜਾ। ਗੁਰਮੁਖ ਮਲਾਰ ਰਾਗ ਜੋ ਕਰੈ ਤਿਨ ਮਨ ਤਨ ਸ਼ੀਤਲ ਹੋਏ।
ਗੁਰਮੁਖ ਦਾ ਮਤਲਬ ਗੁਰੂ ਦੇ ਸਨਮੁਖ ਹੋ ਕੇ। ਇੱਕ ਆਮ ਪ੍ਰਚਲਿਤ ਖਿਆਲ ਹੈ ਆਪਣੇ ਜਿੰਨੇ ਵੀ ਆ ਸੰਗੀਤ ਦੀ ਦੁਨੀਆ ਹੈ, ਇਹਦੇ ਅੰਦਰ ਲੋਕਾਂ ਦੀ ਇੱਕ ਮਨੌਤ ਬਣੀ ਹੋਈ ਹੈ ਕਿ ਜਦੋਂ ਕੋਈ ਮਨੁੱਖ ਮਲਾਰ ਰਾਗ ਗਾਉਂਦਾ ਹੈ ਤਾਂ ਉਦੋਂ ਬੱਦਲ ਬਣ ਜਾਂਦੇ ਨੇ। ਜੇ ਕੋਈ ਚੰਗਾ ਮਲਾਰ ਰਾਗ ਗਾਏ ਤਾਂ ਮੀਂਹ ਪੈਣ ਲੱਗ ਜਾਂਦਾ ਹੈ। ਆਮ ਕਰਕੇ ਗੱਲ ਤਾਨਸੇਨ ਦੇ ਨਾਲ ਜਾਂ ਹੋਰ ਕਈ ਗਵਈਆਂ ਦੇ ਨਾਲ ਜੋੜੀ ਗਈ ਹੈ ਕਿ ਜੋ ਬਹੁਤ ਚੰਗੇ ਰਾਗ ਗਾਣ ਦੇ ਮਾਸਟਰ ਨੇ, ਜੇ ਉਹ ਮਲਾਰ ਰਾਗ ਗਾਣ ਤਾਂ ਮੀਂਹ ਪੈਣ ਲੱਗ ਪੈਂਦਾ, ਬੱਦਲ ਆ ਜਾਂਦਾ ਹੈ। ਤਾਂ ਮੈਂ ਬੇਨਤੀ ਕਰਾਂ, ਇੱਕ ਮਨੌਤ ਹੈ, ਇੱਕ ਮਨੌਤ ਹੈ, ਲੋਕਾਂ ਦਾ ਮੰਨਣਾ ਹੈ, ਐਸਾ ਹੈ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਮਲਾਰ ਰਾਗ ਗਾਉਂਦੇ ਨੇ ਤਾਂ ਉਹਨਾਂ ਦਾ ਮਨ ਤੇ ਸਰੀਰ ਠੰਡੇ ਠਾਰ ਹੋ ਜਾਂਦੇ ਨੇ, ਭਾਵ ਉਹਨਾਂ ਦੇ ਮਨ ਔਰ ਇੰਦਰੀਆਂ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ। ਕੌਣ? ਗੁਰਮੁਖ, ਯਾਨੀ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਜਾਣਾ ਹੀ ਮਲਾਰ ਰਾਗ ਹੈ। ਜੇ ਕੋਈ ਕੱਲਾ ਬੰਦਾ ਮਲਾਰ ਰਾਗ ਗਾ ਕੇ ਹੀ ਕਹੇ ਕਿ ਮੀਂਹ ਪੈ ਜਾਏ ਤੇ ਸ਼ਾਂਤੀ ਆ ਜਾਏ ਜਾਂ ਮੇਰਾ ਜੀਵਨ ਮਹਾਨ ਹੋ ਜਾਏ, ਤਾਂ ਇੰਨੇ ਨਾਲ ਨਹੀਂ। ਗੁਰਮੁਖ ਦਾ ਮਤਲਬ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਕੇ, ਗੁਰੂ ਦੇ ਦੱਸੇ ਰਾਹਾਂ ਤੇ ਜੋ ਚੱਲਦੇ ਨੇ ਉਹਨਾਂ ਦਾ ਮਲਾਰ ਰਾਗ ਗਾਇਆ ਪ੍ਰਵਾਨ ਹੈ। ਉਹਨਾਂ ਦੇ ਜੀਵਨ ਦੇ ਅੰਦਰ ਸੁਖ ਸ਼ਾਂਤੀ ਆਉਂਦੀ ਹੈ। ਜਿਨ੍ਹਾਂ ਜਿਹੜੇ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਉਹਨਾਂ ਦੇ ਅੰਦਰ ਨਾਮ ਜਲ ਦੀ ਵਰਸ਼ਾ ਹੁੰਦੀ ਹੈ, ਉਹਨਾਂ ਦੇ ਅੰਦਰ ਸ਼ੁਭ ਗੁਣਾਂ ਦੀ ਵਰਸ਼ਾ ਹੁੰਦੀ ਹੈ। ਆਮ ਮਨੌਤ ਹੈ ਨਾ ਕਿ ਮਲਾਰ ਰਾਗ ਗਾਇਆ ਬਾਹਰ ਵਰਸ਼ਾ ਹੁੰਦੀ ਹੈ, ਬਰਸਾਤ ਹੁੰਦੀ ਹੈ। ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ ਉਹਨਾਂ ਦੇ ਅੰਦਰ ਫਿਰ ਸ਼ੁਭ ਗੁਣ ਵਸਦੇ ਨੇ, ਉਹਨਾਂ ਦੇ ਅੰਦਰ ਸ਼ਾਂਤੀ ਦੀ ਬਰਸਾਤ ਹੁੰਦੀ ਹੈ। ਗੁਰ ਸ਼ਬਦੀ ਏਕ ਪਛਾਣਿਆ, ਏਕੋ ਸੱਚਾ ਸੋਏ। ਕਿਉਂਕਿ ਸਤਿਗੁਰ ਦੇ ਸ਼ਬਦ ਦੀ ਰਾਹੀਂ ਉਸ ਇੱਕ ਪ੍ਰਭੂ ਨੂੰ ਪਛਾਣਦੇ ਨੇ ਤੇ ਉਸ ਪ੍ਰਭੂ ਦੇ ਨਾਲ ਡੂੰਘੀ ਸਾਂਝ ਪਾਉਂਦੇ ਨੇ ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਇੱਕ ਹੀ ਸੱਚਾ ਹੈ, ਸਭ ਦੀ ਸਾਰ ਲੈਣ ਵਾਲਾ ਹੈ। ਉਸ ਇੱਕ ਨੂੰ ਪਹਿਚਾਣਦੇ ਨੇ, ਉਹਦੇ ਨਾਲ ਆਪਣੀ ਸਾਂਝ ਬਣਾਉਂਦੇ ਨੇ ਗੁਰੂ ਦੇ ਸ਼ਬਦ ਰਾਹੀਂ। ਮਨ ਤਨ ਸੱਚਾ, ਸੱਚ ਮਨ ਸੱਚੇ ਸੱਚੀ ਸੋਏ। ਉਹਨਾਂ ਦਾ ਮਨ ਔਰ ਤਨ ਸੱਚਾ ਹੋ ਜਾਂਦਾ ਹੈ, ਯਾਨੀ ਉਹਨਾਂ ਦੀ ਮਾਨਸਿਕਤਾ ਵੀ ਸੱਚੀ ਹੋ ਜਾਂਦੀ ਹੈ। ਮਨ ਸੱਚਾ ਹੋਣ ਦਾ ਮਤਲਬ ਮਨ ਦੇ ਸਾਰੇ ਵਿਚਾਰ ਸੱਚੇ ਨੇ, ਉਹ ਮਨ ਕਰਕੇ ਸੱਚੇ ਨੇ, ਉਹਨਾਂ ਦੀ ਮਾਨਸਿਕਤਾ ਸੱਚੀ ਹੋ ਜਾਂਦੀ ਹੈ। ਤਨ ਸੱਚਾ ਦਾ ਮਤਲਬ ਕਿ ਉਹਨਾਂ ਦੇ ਤਨ ਦੇ ਸਾਰੇ ਕੰਮ ਸੱਚੇ ਹੁੰਦੇ ਨੇ, ਉਹ ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਂਦੇ ਨੇ। ਸੱਚ ਮਨ, ਹੁਣ ਇੱਥੇ ਮਨ ਦੇ ਨੰਨੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਮਨ ਵਿੱਚ, ਉਹਨਾਂ ਦੇ ਮਨ ਵਿੱਚ ਵੀ ਸੱਚ ਹੁੰਦਾ ਹੈ। ਤੇ ਜਿਨ੍ਹਾਂ ਦੇ ਮਨ ਔਰ ਤਨ ਦੇ ਅੰਦਰ ਸੱਚ ਹੈ ਉਹ ਇਨਸਾਨ ਸੱਚੇ ਨੇ, ਤੇ ਜਿਹੜੇ ਸੱਚੇ ਨੇ ਸੱਚੀ ਸੋਏ, ਉਹਨਾਂ ਦੀ ਸ਼ੋਭਾ ਵੀ ਸੱਚੀ ਹੈ, ਉਹਨਾਂ ਦੀ ਸ਼ੋਭਾ ਵੀ ਸਦਾ ਥਿਰ ਹੈ, ਉਹਨਾਂ ਨੂੰ ਸੱਚਾ ਮਾਣ ਆਦਰ ਸਤਿਕਾਰ ਮਿਲਦਾ ਹੈ। ਤਾਂ ਮਨ ਦੇ ਅੰਦਰ ਸੱਚ ਹੈ, ਉਹਨਾਂ ਦਾ ਮਨ ਔਰ ਤਨ ਸੱਚਾ ਹੈ, ਉਹ ਸੱਚੇ ਇਨਸਾਨ ਨੇ, ਸੱਚੇ ਦਾ ਰੂਪ ਨੇ, ਉਹਨਾਂ ਦੀ ਸ਼ੋਭਾ ਵੀ ਸੱਚੀ ਹੈ, ਉਹਨਾਂ ਨੂੰ ਦੁਨੀਆ ਵਿੱਚ ਮਾਣ ਆਦਰ ਸਤਿਕਾਰ ਮਿਲਦਾ ਹੈ। ਅੰਦਰ ਸੱਚੀ ਭਗਤ ਹੈ, ਸਹਿਜੇ ਹੀ ਪਤ ਹੋਏ। ਸਹਿਜੇ ਦਾ ਮਤਲਬ ਆਤਮਿਕ ਅਡੋਲਤਾ ਵਿੱਚ ਟਿਕ ਕੇ, ਪਤ ਦਾ ਮਤਲਬ ਇੱਜ਼ਤ। ਅੰਦਰ ਸੱਚੀ ਭਗਤ ਹੈ, ਉਹਨਾਂ ਦੇ ਅੰਦਰ ਸੱਚੀ ਭਗਤੀ ਹੁੰਦੀ ਹੈ। ਤੇ ਸੱਚੀ ਭਗਤੀ ਔਰ ਝੂਠੀ ਭਗਤੀ ਦਾ ਫਰਕ ਕੀ ਹੈ? ਝੂਠੀ ਭਗਤੀ ਨੂੰ ਕਹਿੰਦੇ ਨੇ ਵਿਖਾਵੇ ਦੀ ਭਗਤੀ ਨੂੰ। ਜੋ ਬੰਦਾ ਵਿਖਾਵਾ ਕਰ ਰਿਹਾ ਹੈ, ਮਾਲਾ ਫੇਰ ਰਿਹਾ ਹੈ, ਸਮਾਧੀ ਲਾ ਰਿਹਾ ਹੈ, ਪਾਠ ਪੂਜਾ ਕਰ ਰਿਹਾ ਹੈ, ਹੋਰ ਕਰਮਕਾਂਡ, ਬਾਹਰੀ ਤੌਰ ਤੇ ਤਾਂ ਐਸਾ ਜੀਵਨ ਵਿਖਾ ਰਿਹਾ ਹੈ, ਬਾਹਰੀ ਤੌਰ ਤੇ ਧਾਰਮਿਕ ਪਹਿਨਾਵਾ ਵੀ ਪਹਿਨਿਆ ਹੈ, ਲੇਕਿਨ ਕਰਮ ਮਾੜੇ ਨੇ, ਸੋਚ ਮਾੜੀ ਹੈ, ਅੰਦਰ ਵਿਕਾਰ ਟਿਕੇ ਹੋਏ ਨੇ। ਇਹ ਵਿਖਾਵੇ ਦੀ ਭਗਤੀ ਹੈ। ਤੇ ਸੱਚੀ ਭਗਤੀ ਕੀ ਹੈ? ਰੱਬੀ ਰਜ਼ਾ ਦੇ ਵਿੱਚ ਤੁਰਨਾ, ਮਨ ਬਚਨ ਔਰ ਕਰਮ ਕਰਕੇ ਰੱਬੀ ਗੁਣਾਂ ਦੇ ਧਾਰਨੀ ਹੋਣਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦਰਸਾਏ ਰਾਹਾਂ ਤੇ ਚੱਲਦੇ ਨੇ ਉਹਨਾਂ ਦੇ ਅੰਦਰ ਸਦਾ ਟਿਕਵੀਂ ਭਗਤੀ ਪੈਦਾ ਹੁੰਦੀ ਹੈ, ਸੱਚੀ ਪ੍ਰਭੂ ਦੀ ਪ੍ਰੀਤ ਪੈਦਾ ਹੁੰਦੀ ਹੈ, ਔਰ ਸਦਾ ਉਹ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ, ਮਨ ਬਚਨ ਕਰਮ ਕਰਕੇ ਇੱਕ ਹੁੰਦੇ ਨੇ। ਤੇ ਇਹਨਾਂ ਗੁਣਾਂ ਦੇ ਕਾਰਨ ਉਹਨਾਂ ਨੂੰ ਸੱਚੀ ਇੱਜ਼ਤ ਮਿਲਦੀ ਹੈ, ਉਹਨਾਂ ਨੂੰ ਮਾਣ ਮਿਲਦਾ ਹੈ। ਤਾਂ ਇਸ ਲਈ ਜੇ ਅਸੀਂ ਮਾਣ ਆਦਰ ਔਰ ਸਤਿਕਾਰ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਵੀ ਮਨ ਬਚਨ ਕਰਮ ਕਰਕੇ ਸੱਚ ਦੇ ਨਾਲ ਜੁੜਨਾ ਚਾਹੀਦਾ। ਕਲਯੁਗ ਮਹਿ ਘੋਰ ਅੰਧਾਰ ਹੈ, ਮਨਮੁਖ ਰਾਹ ਨਾ ਕੋਏ।
ਕਲਯੁਗ ਦੇ ਅੰਦਰ ਘੋਰ ਹਨੇਰਾ ਹੈ, ਯਾਨੀ ਇਸ ਵਿਕਾਰਾਂ ਭਰੇ ਜਗਤ ਵਿੱਚ ਵਿਕਾਰਾਂ ਦਾ ਘੋਪ ਹਨੇਰਾ ਹੈ। ਹੁਣ ਕਲਯੁਗ ਕੀ ਹੈ? ਕਲਯੁਗ ਕਿਸੇ ਸਮੇਂ ਦਾ ਨਾਮ ਨਹੀਂ ਹੈ। ਕਲਯੁਗ ਦਾ ਮਤਲਬ ਜਦੋਂ ਬੰਦਾ ਸੱਚ ਨਾਲੋਂ ਟੁੱਟਦਾ ਹੈ, ਜੋ ਅੰਦਰ ਮਾਨਸਿਕਤਾ ਬਣਦੀ ਹੈ ਸੱਚ ਨਾਲੋਂ ਟੁੱਟਿਆ, ਉਹਨੂੰ ਕਲਯੁਗ ਕਹਿੰਦੇ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਜਦੋਂ ਬੰਦਾ ਸੱਚ ਨਾਲੋਂ ਟੁੱਟ ਜਾਂਦਾ ਹੈ, ਉਦੋਂ ਜੋ ਉਹਦੇ ਅੰਦਰ ਮਾਨਸਿਕਤਾ ਹੁੰਦੀ ਹੈ, ਉਹ ਕਲਯੁਗ ਹੈ। ਕਲਯੁਗ ਦਾ ਮਤਲਬ ਕਲ ਕਲੇਸ਼, ਵਿਕਾਰਾਂ ਭਰਿਆ ਸੰਸਾਰ, ਵਿਕਾਰਾਂ ਭਰੀ ਸੋਚ, ਵਿਕਾਰਾਂ ਭਰੇ ਸੰਸਾਰ ਅੰਦਰ ਵਿਕਾਰਾਂ ਦਾ ਘੁੱਪ ਹਨੇਰਾ ਹੈ। ਮਨਮੁਖ ਰਾਹ ਨਾ ਕੋਈ ਦਾ ਮਤਲਬ ਜੋ ਮਨ ਦੇ ਪਿੱਛੇ ਤੁਰਨ ਵਾਲੇ ਇਨਸਾਨ ਨੇ, ਉਹਨਾਂ ਨੂੰ ਇਸ ਘੁੱਪ ਹਨੇਰੇ ਚੋਂ ਬਾਹਰ ਨਿਕਲਣ ਲਈ ਕੋਈ ਰਾਹ ਨਹੀਂ ਲੱਭਦਾ ਕਿ ਇਸ ਹਨੇਰੇ ਚੋਂ ਬਾਹਰ ਨਿਕਲੀਏ ਕਿਵੇਂ, ਇਹਨਾਂ ਵਿਕਾਰਾਂ ਤੋਂ ਬਚੀਏ ਕਿਵੇਂ, ਦੁੱਖਾਂ ਤੋਂ ਬਚੀਏ ਕਿਵੇਂ। ਔਰ ਦੇਖੋ ਕਿੰਨੀ ਵੱਡੀ ਹਕੀਕਤ ਗੁਰੂ ਜੀ ਬਿਆਨ ਕਰ ਰਹੇ ਨੇ ਕਿ ਦੁਨੀਆ ਦਾ ਹਰ ਇਨਸਾਨ ਚਾਹੁੰਦਾ ਹੈ ਕਿ ਮੈਂ ਸੁਖੀ ਔਰ ਸ਼ਾਂਤ ਹੋਵਾਂ। ਸੁਖੀ ਔਰ ਸ਼ਾਂਤ ਹੋਣ ਲਈ ਕਰਮ ਵੀ ਕਰ ਰਿਹਾ ਹੈ, ਲੇਕਿਨ ਹੋ ਨਹੀਂ ਪਾ ਰਿਹਾ ਕਿਉਂਕਿ ਰਾਹ ਨਹੀਂ ਲੱਭ ਰਿਹਾ ਵੀ ਹੋਵਾਂ ਕਿਵੇਂ, ਵਿਕਾਰਾਂ ਤੋਂ ਬਚਾਂ ਕਿਵੇਂ। ਬਚਣਾ ਤਾਂ ਬੰਦਾ ਚਾਹੁੰਦਾ ਹੈ, ਲੇਕਿਨ ਬਚਣ ਦਾ ਢੰਗ ਨਹੀਂ ਹੈ, ਬਚਣ ਦਾ ਤਰੀਕਾ ਨਹੀਂ ਹੈ, ਰਾਹ ਨਹੀਂ ਹੈ, ਮੈਥਡ ਨਹੀਂ ਹੈ ਕੋਲ। ਤਾਂ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਦੇ ਕੋਲ ਵਿਕਾਰਾਂ ਦੇ ਘੁੱਪ ਹਨੇਰੇ ਚੋਂ ਬਾਹਰ ਨਿਕਲਣ ਦਾ ਕੋਈ ਰਾਸਤਾ ਨਹੀਂ ਹੈ। ਤਾਂ ਹੁਣ ਸਵਾਲ ਪੈਦਾ ਹੋਏਗਾ ਵੀ ਰਾਹ ਕਿਵੇਂ ਲੱਭੇ? ਤਾਂ ਗੁਰੂ ਜੀ ਉਹ ਦੱਸ ਰਹੇ ਨੇ ਸਾਨੂੰ ਕਿ ਰਾਹ ਕਿਵੇਂ ਲੱਭੇਗਾ। ਸੇਵਡ ਭਾਗੀ ਨਾਨਕਾ ਜਿਨ ਗੁਰਮੁਖ ਪ੍ਰਗਟ ਹੋਏ। ਗੁਰਮੁਖ ਦਾ ਮਤਲਬ ਗੁਰੂ ਦੇ ਰਾਹੀਂ। ਹੇ ਨਾਨਕ, ਉਹ ਮਨੁੱਖ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਦੇ ਰਾਹੀਂ ਪ੍ਰਭੂ ਪ੍ਰਗਟ ਹੋ ਜਾਂਦਾ ਹੈ। ਗੁਰੂ ਦੇ ਰਾਹੀਂ ਪ੍ਰਗਟ ਹੋ ਜਾਂਦਾ ਹੈ। ਵਸ ਤੇ ਸਾਰਿਆਂ ਦੇ ਅੰਦਰ ਰੱਬ ਹੀ ਰਿਹਾ ਹੈ ਨਾ, ਸਭੈ ਘਟ ਰਾਮ ਬੋਲੇ ਵਾਲੀ ਅਵਸਥਾ ਹੈ, ਲੇਕਿਨ ਪ੍ਰਗਟ ਨਹੀਂ ਹੈ। ਜਿਵੇਂ ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ ਕਿ ਗੁਣ ਤੇ ਸਾਰਿਆਂ ਦੇ ਅੰਦਰ ਮੌਜੂਦ ਨੇ, ਸਤ ਸੰਤੋਖ ਆਦਿਕ ਸਾਰਿਆਂ ਦੇ ਅੰਦਰ ਮੌਜੂਦ ਨੇ, ਪਰ ਪ੍ਰਗਟ ਨਹੀਂ, ਉਹਨਾਂ ਨੂੰ ਬੰਦਾ ਵਰਤ ਨਹੀਂ ਰਿਹਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ ਨਾ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਨੇ, ਉਹਨਾਂ ਦੇ ਅੰਦਰ ਰੱਬੀ ਗੁਣ ਪ੍ਰਗਟ ਹੋ ਜਾਂਦੇ ਨੇ, ਉਹਨਾਂ ਦੇ ਅੰਦਰ ਰੱਬ ਪ੍ਰਗਟ ਹੋ ਜਾਂਦਾ ਹੈ। ਉਹ ਇਨਸਾਨ ਰੱਬ ਵਰਗੇ ਹੋ ਜਾਂਦੇ ਨੇ, ਉਹਨਾਂ ਨੂੰ ਵਿਕਾਰਾਂ ਵਿੱਚੋਂ ਬਾਹਰ ਨਿਕਲਣ ਦਾ ਰਾਸਤਾ ਮਿਲ ਜਾਂਦਾ ਹੈ ਔਰ ਉਹ ਚੰਗੇ ਜੀਵਨ ਜੁਗਤ ਨੂੰ ਅਪਣਾ ਲੈਂਦੇ। ਮਹਿਲਾ ਤੀਜਾ, ਇੰਦ ਵਰਸੈ ਕਰ ਦਇਆ ਲੋਕਾਂ ਮਨ ਉਪਜੈ ਚਾਓ। ਇੱਥੇ ਇੰਦ ਦਾ ਮਤਲਬ ਹੈ ਬੱਦਲ। ਇੰਦ ਵਰਸੈ ਕਰ ਦਇਆ, ਇੰਦਰ ਜੋ ਹੈ ਬਾਣੀ ਦੇ ਵਿੱਚ ਬੱਦਲ ਨੂੰ ਆਖਿਆ ਹੈ। ਇੰਦਰ ਦੇਵਤਾ ਵੀ ਮੰਨਦੇ ਨੇ ਲੋਕ ਕਿ ਇੱਕ ਦੇਵਤਾ ਹੈ ਜਿਹਦੇ ਹੁਕਮ ਵਿੱਚ ਬੱਦਲ ਹੈ, ਤੇ ਇੰਦਰ ਦੇਵਤੇ ਦੇ ਨਾਲ ਕਈ ਸਾਰੀਆਂ ਕਹਾਣੀਆਂ ਜੋੜੀਆਂ ਨੇ, ਪਰ ਇੱਥੇ ਇੰਦ ਦਾ ਮਤਲਬ ਹੈ ਬੱਦਲ। ਇੰਦ ਵਰਸੈ ਕਰ ਦਇਆ ਲੋਕਾਂ ਮਨ ਉਪਜੈ ਚਾਓ। ਜਦੋਂ ਮਿਹਰ ਕਰਕੇ ਬੱਦਲ ਵਸਦਾ ਹੈ ਤਾਂ ਲੋਕਾਂ ਦੇ ਮਨ ਦੇ ਅੰਦਰ ਖੁਸ਼ੀ ਪੈਦਾ ਹੁੰਦੀ ਹੈ, ਲੋਕਾਂ ਦੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ। ਬੱਦਲ ਵਸਦਾ ਹੈ, ਗਰਮੀ ਖਤਮ ਹੁੰਦੀ ਹੈ, ਧੂੜ ਘੱਟਾ ਧੁੱਪ ਜਾਂਦਾ ਹੈ, ਧੂੜ ਘੱਟਾ ਥੱਲੇ ਬਹਿੰਦਾ ਹੈ, ਆਕਾਸ਼ ਸਾਫ਼ ਹੁੰਦਾ ਹੈ, ਫਸਲਾਂ ਹੁੰਦੀਆਂ ਨੇ, ਵਨਸਪਤੀ ਉਗਦੀ ਹੈ, ਨਦੀਆਂ ਨਾਲਿਆਂ ਵਿੱਚ ਪਾਣੀ ਆਉਂਦਾ ਹੈ, ਝਰਨਿਆਂ ਵਿੱਚ ਪਾਣੀ ਆਉਂਦਾ ਹੈ। ਤਾਂ ਕਿੰਨੀ ਖੁਸ਼ੀ ਪੈਦਾ ਹੁੰਦੀ ਨਾ ਜਦੋਂ ਰਹਿਮਤ ਕਰਕੇ ਬੱਦਲ ਵਸਦਾ ਹੈ। ਪਰ ਗੁਰੂ ਜੀ ਕਹਿੰਦੇ ਨੇ ਬੱਦਲ ਆਪਣੇ ਆਪ ਨਹੀਂ ਵਸ ਰਿਹਾ। ਜਿਸ ਕੈ ਹੁਕਮ ਇੰਦ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਉ। ਪਰ ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਜਿਸ ਦੇ ਹੁਕਮ ਦੇ ਨਾਲ ਬੱਦਲ ਵਸ ਰਿਹਾ ਹੈ, ਜਿਸ ਦੇ ਹੁਕਮ ਨਾਲ ਬੱਦਲ ਵਸ ਰਿਹਾ ਹੈ, ਮੈਂ ਉਹਦੇ ਤੋਂ ਕੁਰਬਾਨ ਜਾਂਦਾ ਹਾਂ। ਯਾਨੀ ਇਸ ਜਗਤ ਦੇ ਅੰਦਰ ਨਿਯਮ ਨੇ ਨਾ, ਜਿਨ੍ਹਾਂ ਨਿਯਮਾਂ ਦੇ ਅੰਦਰ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਹੁਣ ਨੇਮ ਹੈ ਨਾ, ਜਿੱਥੇ ਹਵਾ ਦਾ ਦਬਾਅ ਵਧੇਗਾ ਪਾਣੀ ਦੇ ਉੱਤੇ ਤਾਂ ਪਾਣੀ ਆਕਾਸ਼ ਵਿੱਚ ਉੱਡੇਗਾ ਜਾਂ ਵਾਸ਼ ਬਣ ਕੇ ਗਰਮੀ ਨਾਲ ਉੱਡੇਗਾ। ਇੱਕ ਨਿਯਮ ਹੈ ਨਾ, ਕੁਦਰਤ ਦਾ ਨਿਯਮ ਹੈ, ਤੇ ਇਸ ਨਿਯਮ ਦੇ ਅੰਦਰ ਪਾਣੀ ਆਕਾਸ਼ ਵਿੱਚ ਉੱਡਦਾ ਹੈ, ਵਾਸ਼ ਬਣ ਕੇ ਬੱਦਲ ਰੂਪ ਵਿੱਚ ਉਹ ਅੱਗੇ ਚੱਲਦਾ ਹੈ। ਅੱਗੇ ਜਾ ਕੇ ਉੱਤੇ ਉਹਨੂੰ ਜਿਵੇਂ ਵੀ ਠੰਡਕ ਮਿਲਦੀ ਹੈ ਤਾਂ ਉਹ ਬੂੰਦਾਂ ਬਣ ਕੇ ਪਾਣੀ ਥੱਲੇ ਡਿੱਗਦਾ ਹੈ। ਤੇ ਜੇ ਇਹ ਸਿਸਟਮ ਨਾ ਹੁੰਦਾ, ਜੇ ਮੰਨ ਲਓ ਇਹ ਸਿਸਟਮ ਹੀ ਨਾ ਹੁੰਦਾ, ਤਾਂ ਫਿਰ ਬੱਦਲ ਵਸ ਹੀ ਨਹੀਂ ਸੀ ਸਕਦਾ। ਤਾਂ ਇਹਦਾ ਮਤਲਬ ਸਾਰਾ ਕੁਝ ਹੁਕਮ ਦੇ ਅੰਦਰ ਹੈ, ਤੇ ਮੈਂ ਉਸ ਪ੍ਰਭੂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ
ਜਿਸ ਦੇ ਹੁਕਮ ਦੇ ਅੰਦਰ ਬੱਦਲ ਵਰਸ ਰਿਹਾ ਹੈ। ਤਾਂ ਜੇ ਅਸੀਂ ਇਸ ਚੀਜ਼ ਨੂੰ ਲੋਕ ਸਮਝ ਜਾਣ ਤਾਂ ਫਿਰ ਜਿੰਨੀ ਵੀ ਆ ਦੇਵ ਪੂਜਾ ਹੈ ਇਹਦੇ ਤੋਂ ਲੋਕਾਂ ਦਾ ਖਿਹੜਾ ਛੁੱਟ ਸਕਦਾ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਸਾਰਾ ਕੁਝ ਹੁਕਮ ਵਿੱਚ ਹੋ ਰਿਹਾ ਹੈ। ਉਸ ਹੁਕਮ ਨੂੰ ਸਮਝਣ ਦੀ ਲੋੜ ਹੈ, ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਗੁਰਮੁਖ ਸ਼ਬਦ ਸੰਭਾਲੀਐ, ਸੱਚੇ ਕੇ ਗੁਣ ਗਾਓ। ਸੱਚੇ ਕੇ ਗੁਣ ਗਾਓ ਦਾ ਮਤਲਬ ਗੁਣ ਗਾਏ ਜਾ ਸਕਦੇ ਹਨ। ਗੁਰਮੁਖ ਦਾ ਮਤਲਬ ਗੁਰੂ ਦੀ ਸ਼ਰਨ ਪੈ ਕੇ। ਸੰਭਾਲੀਏ ਦਾ ਮਤਲਬ ਸੰਭਾਲਿਆ ਜਾ ਸਕਦਾ ਹੈ। ਸ਼ਬਦ ਦਾ ਮਤਲਬ ਪ੍ਰਭੂ ਦਾ ਹੁਕਮ, ਰੱਬ ਦੀ ਸਿਫਤ ਸਲਾਹ, ਰੱਬੀ ਗੁਣ। ਤਾਂ ਗੁਰੂ ਦੇ ਸਨਮੁਖ ਹੋਇਆਂ ਜੋ ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ ਹੈ, ਪ੍ਰਭੂ ਦੀ ਸਿਫਤ ਸਲਾਹ ਹੈ, ਹੁਕਮ ਹੈ, ਉਹਨੂੰ ਆਪਣੇ ਹਿਰਦੇ ਵਿੱਚ ਸੰਭਾਲਿਆ ਜਾ ਸਕਦਾ ਹੈ। ਹਿਰਦੇ ਵਿੱਚ ਸੰਭਾਲਣ ਦਾ ਮਤਲਬ ਕਿ ਆਪਣੀ ਸੋਚ ਦਾ ਅੰਗ ਬਣਾਇਆ ਜਾ ਸਕਦਾ ਹੈ। ਇਹ ਚੀਜ਼ ਸੋਚ ਵਿੱਚ ਵਸਾਈ ਜਾ ਸਕਦੀ ਹੈ ਕਿ ਰੱਬੀ ਸਿਫਤ ਸਲਾਹ ਕਰਨੀ ਹੈ, ਰੱਬੀ ਰਜ਼ਾ ਵਿੱਚ ਰਹਿਣਾ ਹੈ, ਰੱਬੀ ਰਜ਼ਾ ਅੰਦਰ ਚੱਲ ਕੇ ਹੀ ਸ਼ਾਂਤੀ ਆ ਸਕਦੀ ਹੈ। ਇਹ ਗਿਆਨ ਨੂੰ ਸੋਚ ਦਾ ਕੇਂਦਰ ਬਣਾਇਆ ਜਾ ਸਕਦਾ ਹੈ ਗੁਰੂ ਦੇ ਜ਼ਰੀਏ, ਗੁਰੂ ਗਿਆਨ ਰਾਹੀਂ। ਤਾਂ ਗੁਰੂ ਦੇ ਸਨਮੁਖ ਹੋਇਆ ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ ਹਿਰਦੇ ਵਿੱਚ ਸੰਭਾਲਿਆ ਜਾ ਸਕਦਾ ਹੈ ਤੇ ਸਦਾ ਥਿਰ ਹਰੀ ਦੇ ਗੁਣ ਗਾਏ ਜਾ ਸਕਦੇ। ਰੱਬੀ ਗੁਣਾਂ ਦੇ ਧਾਰਨੀ ਹੋਇਆ ਜਾ ਸਕਦਾ ਹੈ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ। ਨਾਨਕ ਨਾਮ ਰਤੇ ਜਨ ਨਿਰਮਲੇ, ਸਹਿਜੇ ਸੱਚ ਸਮਾਓ। ਨਾਮ ਰਤੇ ਦਾ ਮਤਲਬ ਜੋ ਨਾਮ ਵਿੱਚ ਰੰਗੇ ਗਏ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਰੱਬੀ ਸਿਫਤ ਸਲਾਹ ਵਿੱਚ ਰੰਗ ਲਿਆ, ਰੱਬੀ ਗੁਣਾਂ ਨਾਲ ਰੰਗ ਲਿਆ। ਸਹਿਜੇ ਦਾ ਮਤਲਬ ਆਤਮਿਕ ਅਡੋਲਤਾ ਵਿੱਚ ਟਿਕ ਕੇ। ਸੱਚ ਸਮਾਓ ਦਾ ਮਤਲਬ ਉਹ ਸੱਚ ਵਿੱਚ ਸਮਾ ਜਾਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਉਹ ਮਨੁੱਖ ਪਵਿੱਤਰ ਨੇ ਜੋ ਪ੍ਰਭੂ ਦੇ ਹੁਕਮ ਦੇ ਅੰਦਰ ਰੰਗੇ ਗਏ ਨੇ, ਜੋ ਰੱਬੀ ਰਜ਼ਾ ਵਿੱਚ ਤੁਰਦੇ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਰੱਬੀ ਗੁਣਾਂ ਦੇ ਨਾਲ ਰੰਗ ਲਿਆ ਹੈ। ਉਹ ਨਿਰਮਲ ਨੇ, ਉਹ ਮੈਲ ਤੋਂ ਰਹਿਤ ਨੇ। ਆਤਮਿਕ ਅਡੋਲਤਾ ਵਿੱਚ ਟਿਕ ਕੇ ਉਹ ਹਮੇਸ਼ਾ ਸੱਚ ਦੇ ਅੰਦਰ ਸਮਾ ਜਾਂਦੇ ਨੇ। ਤਾਂ ਇਹਦਾ ਮਤਲਬ ਜੇ ਕੋਈ ਇਨਸਾਨ ਚਾਹੁੰਦਾ ਹੈ ਕਿ ਮੇਰਾ ਜੀਵਨ ਨਿਰਮਲ ਹੋਵੇ ਤਾਂ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਲੈ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੇ, ਗੁਣਾਂ ਦਾ ਧਾਰਨੀ ਹੋਵੇ, ਤਾਂ ਉਹ ਸੱਚ ਦੇ ਅੰਦਰ ਸਮਾ ਸਕਦਾ ਹੈ। ਬੰਦਾ ਸੱਚ ਦਾ ਰੂਪ ਹੋ ਸਕਦਾ ਹੈ, ਰੱਬ ਦਾ ਰੂਪ ਹੋ ਸਕਦਾ ਹੈ। ਪੌੜੀ ਪੂਰਾ ਸਤਿਗੁਰ ਸੇਵ ਪੂਰਾ ਪਾਇਆ। ਪੂਰਾ ਸਤਿਗੁਰ ਸੇਵ, ਸੇਵ ਦਾ ਮਤਲਬ ਪੂਰੇ ਸਤਿਗੁਰ ਦੀ ਸ਼ਰਨ ਵਿੱਚ ਜਾ ਕੇ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀ ਕੇ। ਤਾਂ ਜਿਨਨੇ ਪੂਰੇ ਗੁਰੂ ਦਾ ਹੁਕਮ ਮੰਨਿਆ, ਪੂਰਾ ਪਾਇਆ ਦਾ ਮਤਲਬ ਉਹਨੇ ਪੂਰੇ ਰੱਬ ਨੂੰ ਪਾ ਲਿਆ। ਉਹਨੇ ਰੱਬ ਨੂੰ ਪਾ ਲਿਆ ਜਿਨਨੇ ਪੂਰੇ ਗੁਰੂ ਦੇ ਹੁਕਮ ਨੂੰ ਮੰਨਿਆ, ਜੋ ਪੂਰੇ ਗੁਰੂ ਦੇ ਦੱਸੇ ਰਾਹ ਤੇ ਤੁਰਿਆ, ਉਹਨੇ ਰੱਬ ਨੂੰ ਪਾ ਲਿਆ। ਹੁਣ ਦੇਖੋ ਰੱਬ ਨੂੰ ਪਾਣਾ ਕੀ ਹੈ? ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣਾ ਹੀ ਰੱਬ ਨੂੰ ਪਾਣਾ ਹੈ। ਜਿਨੇ ਗੁਰੂ ਦੇ ਹੁਕਮ ਅਨੁਸਾਰ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ, ਸਮਝ ਲਓ ਉਹਨੇ ਰੱਬ ਨੂੰ ਪਾ ਲਿਆ, ਉਹ ਰੱਬ ਦਾ ਰੂਪ ਹੀ ਹੋ ਗਿਆ। ਪੂਰੇ ਕਰਮ ਧਿਆਏ, ਪੂਰਾ ਸ਼ਬਦ ਮਨ ਵਸਾਇਆ। ਕਰਮ ਦਾ ਮਤਲਬ ਬਖਸ਼ਿਸ਼ ਰਾਹੀਂ, ਮਨ ਦਾ ਮਤਲਬ ਮਨ ਵਿੱਚ। ਤਾਂ ਪੂਰੇ ਭਾਵ ਅਪੁੱਲ ਪ੍ਰਭੂ ਦੀ ਬਖਸ਼ਿਸ਼ ਨਾਲ। ਧਿਆਏ ਦਾ ਮਤਲਬ ਪ੍ਰਭੂ ਨੂੰ ਸਿਮਰ ਕੇ, ਰੱਬੀ ਗੁਣਾਂ ਨੂੰ ਯਾਦ ਕਰਕੇ, ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਉਹ ਮਨੁੱਖ ਆਪਣੇ ਮਨ ਦੇ ਅੰਦਰ ਵਸਾ ਲੈਂਦਾ ਹੈ। ਅਪੁੱਲ ਪ੍ਰਭੂ ਦੀ ਬਖਸ਼ਿਸ਼ ਨਾਲ, ਰਹਿਮਤ ਰਾਹੀਂ, ਰੱਬੀ ਗੁਣਾਂ ਨੂੰ ਸਿਮਰ ਕੇ, ਸਿਮਰ ਕੇ ਦਾ ਮਤਲਬ ਯਾਦ ਵਿੱਚ ਟਿਕਾ ਕੇ, ਆਪਣੀ ਯਾਦ ਦਾ ਅੰਗ ਬਣਾ ਕੇ ਉਹ ਪੂਰੇ ਪ੍ਰਭੂ ਦੀ ਸਿਫਤ ਸਲਾਹ ਨੂੰ ਮਨ ਦੇ ਅੰਦਰ ਵਸਾ ਲੈਂਦਾ ਹੈ। ਯਾਨੀ ਪੂਰੇ ਦੇ ਜਿਹੜੇ ਗੁਣ ਨੇ ਉਹਦੀ ਸੋਚ ਦਾ ਅੰਗ ਬਣ ਜਾਂਦੇ ਨੇ। ਪੂਰੇ ਗਿਆਨ ਧਿਆਨ ਮੈਲ ਚੁਕਾਇਆ। ਗਿਆਨ ਦਾ ਮਤਲਬ ਗਿਆਨ ਦੀ ਰਾਹੀਂ, ਧਿਆਨ ਦਾ ਮਤਲਬ ਆਤਮਿਕ ਜੀਵਨ ਦੀ ਸੂਝ ਨਾਲ, ਪ੍ਰਭੂ ਦੇ ਨਾਲ ਜਾਣ ਪਛਾਣ ਪਾਉਣ ਨਾਲ। ਗਿਆਨ ਦਾ ਮਤਲਬ ਪ੍ਰਭੂ ਨਾਲ ਡੂੰਘੀ ਸਾਂਝ ਦੀ ਰਾਹੀਂ। ਧਿਆਨ ਦਾ ਮਤਲਬ ਅਡੋਲ ਜੁੜੀ ਸੁਰਤ ਦੀ ਰਾਹੀਂ। ਤਾਂ ਪੂਰਨ ਆਤਮਿਕ ਸਮਝ ਔਰ ਅਡੋਲ ਸੁਰਤ ਦੀ ਬਰਕਤ ਦੇ ਨਾਲ ਮਨ ਦੀ ਮੈਲ ਦੂਰ ਕਰ ਲੈਂਦਾ ਬੰਦਾ। ਤਾਂ ਮਨ ਦੀ ਮੈਲ ਦੂਰ ਕਰਨ ਵਾਸਤੇ ਸਾਨੂੰ ਦੋ ਚੀਜ਼ਾਂ ਚਾਹੀਦੀਆਂ ਨੇ।
ਇੱਕ ਤਾਂ ਪੂਰਨ ਆਤਮਿਕ ਸੂਝ ਚਾਹੀਦੀ ਹੈ, ਸਮਝ ਚਾਹੀਦੀ ਹੈ, ਕਾਮਨ ਸੈਂਸ ਚਾਹੀਦੀ ਹੈ। ਤੇ ਦੂਜੇ ਨੰਬਰ ਤੇ ਧਿਆਨ ਦਾ ਮਤਲਬ ਕਿ ਉਹਦੇ ਅੰਦਰ ਸਾਡੀ ਸੋਚ ਜੁੜੀ ਹੋਈ ਹੋਵੇ, ਸਮਝ ਹੋਵੇ, ਔਰ ਸਮਝ ਦੇ ਅੰਦਰ ਸੁਰਤ ਜੁੜੀ ਹੋਵੇ। ਤਾਂ ਜੇ ਅਸੀਂ ਸੌਖੇ ਸ਼ਬਦਾਂ ਨਾਲ ਸਮਝਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਗੁਰੂ ਦਾ ਉਪਦੇਸ਼ ਹੈ ਉਹਦੇ ਨਾਲ ਸਾਡੀ ਮਾਨਸਿਕਤਾ ਜੁੜ ਜਾਏ, ਮਾਨਸਿਕਤਾ ਦੇ ਵਿੱਚ ਸਾਡੇ ਰੱਬੀ ਗੁਣ ਵਸ ਜਾਣ, ਤਾਂ ਜੀਵਨ ਦੇ ਅੰਦਰੋਂ ਮੈਲ ਖਤਮ ਹੋ ਸਕਦੀ ਹੈ। ਹਰਸਰ ਤੀਰਥ ਜਾਣ ਮਨੁਆ ਨਾ ਆਇਆ। ਤੀਰਥ ਦਾ ਮਤਲਬ ਤੀਰਥ ਉੱਤੇ, ਜਾਣ ਦਾ ਮਤਲਬ ਜਾਣ ਕੇ, ਸੂਝ ਹਾਸਲ ਕਰਕੇ, ਸਮਝ ਹਾਸਲ ਕਰਕੇ। ਨਾਇਆ ਸ਼ਬਦ ਨਾਇਆ ਨਹੀਂ ਬੋਲਣਾ, ਇਹਨੂੰ ਬੋਲਣਾ ਹੈ ਨਾਇਆ, ਮਨੁਆ ਨਾ ਆਇਆ। ਤਾਂ ਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਸੋਹਣਾ ਹੋਇਆ ਮਨ ਆਤਮਿਕ ਜੀਵਨ ਦੀ ਸੂਝ ਹਾਸਲ ਕਰਕੇ ਪ੍ਰਭੂ ਰੂਪ ਸਰੋਵਰ ਵਿੱਚ, ਪ੍ਰਭੂ ਰੂਪ ਤੀਰਥ ਤੇ ਇਸ਼ਨਾਨ ਕਰਦਾ ਹੈ। ਹਰਸਰ, ਹਰਸਰ ਦਾ ਮਤਲਬ ਹਰੀ ਰੂਪ ਸਰੋਵਰ, ਯਾਨੀ ਰੱਬ ਦੇ ਗੁਣਾਂ ਦਾ ਸਰੋਵਰ, ਉਹਨੂੰ ਤੀਰਥ ਸਮਝਿਆ ਹੈ ਤੇ ਉਹਦੇ ਵਿੱਚ ਮਨ ਦਾ ਇਸ਼ਨਾਨ ਕਰਾਇਆ ਹੈ। ਇੱਥੇ ਤੀਰਥ ਇਸ਼ਨਾਨ ਦਾ ਖੰਡਨ ਹੈ ਕਿ ਸਰੀਰਕ ਤੌਰ ਤੇ ਜੇ ਤੁਸੀਂ ਕਿਸੇ ਤੀਰਥ ਵਿੱਚ ਨਹਾਉਂਦੇ ਹੋ ਤਾਂ ਉਹਦੇ ਨਾਲ ਮਨ ਸਾਫ਼ ਨਹੀਂ ਹੋਣਾ। ਇਸ ਲਈ ਰੱਬੀ ਗੁਣਾਂ ਦੇ ਤੀਰਥ ਵਿੱਚ ਇਸ਼ਨਾਨ ਕਰਨਾ ਹੈ, ਔਰ ਉਹ ਇਸ਼ਨਾਨ ਸਾਡੀ ਸੋਚ ਨੇ ਕਰਨਾ ਹੈ, ਮਨ ਨੇ ਨਹਾਉਣਾ ਹੈ, ਮਨ ਨੇ ਪਵਿੱਤਰ ਹੋਣਾ ਹੈ। ਸ਼ਬਦ ਮਰੈ ਮਨ ਮਾਰ, ਧਨ ਜਣੇਂਦੀ ਮਾਇਆ। ਮਾਇਆ ਦਾ ਮਤਲਬ ਮਾਂ, ਸ਼ਬਦ ਦਾ ਮਤਲਬ ਸ਼ਬਦ ਦੇ ਰਾਹੀਂ, ਮਾਰ ਦਾ ਮਤਲਬ ਮਾਰ ਕੇ, ਵਸ ਵਿੱਚ ਲਿਆ ਕੇ। ਤਾਂ ਗੁਰੂ ਜੀ ਕਹਿੰਦੇ ਨੇ ਉਸ ਮਨੁੱਖ ਦੀ ਮਾਂ ਭਾਗਾਂ ਵਾਲੀ ਹੈ ਜੋ ਗੁਰੂ ਸ਼ਬਦ ਦੀ ਰਾਹੀਂ ਮਨ ਨੂੰ ਵਸ ਵਿੱਚ ਲਿਆ ਕੇ ਮਾਇਆ ਵੱਲੋਂ ਆਪਣੇ ਮਨ ਨੂੰ ਮਾਰ ਲੈਂਦਾ। ਧੰਨ ਹੈ ਉਹ ਮਾਂ ਜਿਹਨੇ ਐਸੇ ਬੱਚੇ ਨੂੰ ਜਨਮ ਦਿੱਤਾ। ਤੇ ਇਹ ਐਸੀ ਮਾਂ ਕਿਹੜੀ ਹੈ? ਦੇਖੋ, ਸਰੀਰ ਕਰਕੇ ਮਾਵਾਂ ਸਾਰੀਆਂ ਹੀ ਮਹਾਨ ਨੇ, ਸਰੀਰ ਕਰਕੇ ਮਾਵਾਂ ਸਾਰੀਆਂ ਮਹਾਨ ਨੇ। ਹੁਣ ਇੱਥੇ ਮਾਂ ਕਿਹੜੀ ਹੈ? ਇੱਥੇ ਮਾਂ ਹੈ ਮੱਤ, ਜਿਹੜੀ ਕਿ ਮੱਤ ਨੇ ਸਾਨੂੰ ਗੁਰਮਤ ਦੇ ਨਾਲ ਜੋੜਨਾ ਹੈ। ਉਸ ਮਨੁੱਖ ਦੀ ਮੱਤ ਮਹਾਨ ਹੈ ਜਿਨੇ ਗੁਰੂ ਸ਼ਬਦ ਰਾਹੀਂ ਆਪਣੇ ਮਨ ਨੂੰ ਮਾਰ ਲਿਆ ਹੈ, ਉਹ ਮਾਂ ਧੰਨ ਹੈ। ਸ਼ਬਦ ਮਰੇ ਮਨ ਮਾਰ। ਅਸਲੀ ਮੱਤ ਸਾਡੀ ਇਹ ਮਾਂ, ਇਹ ਮੱਤ ਸਾਡੀ ਮਾਂ ਹੈ ਜਿਨੇ ਸਾਨੂੰ ਇਸ ਜੀਵਨ ਦੇ ਅੰਦਰ ਤੋਰਨਾ ਹੈ। ਜਿਵੇਂ ਬੱਚਿਆਂ ਦੇ ਫੈਸਲੇ ਮਾਵਾਂ ਲੈਂਦੀਆਂ ਨੇ ਨਾ, ਕਿਹੜਾ ਕੱਪੜਾ ਪਾਣਾ ਹੈ, ਉਹਨੂੰ ਇਸ਼ਨਾਨ ਪਾਨ ਕਰਾਉਣਾ, ਉਹਨੂੰ ਭੋਜਨ ਦੇਣਾ, ਪਾਲਣਾ ਕਰਨੀ, ਸਕੂਲ ਵਿੱਚ ਭੇਜਣਾ। ਮਾਂ-ਬਾਪ ਦੇ ਫੈਸਲੇ ਜੇ ਚੰਗੇ ਨੇ, ਬੱਚੇ ਦਾ ਜੀਵਨ ਚੰਗਾ। ਜੇ ਮਾਂ-ਬਾਪ ਦਾ ਫੈਸਲਾ ਕਰੇ ਗਲਤ ਹੋ ਗਿਆ ਤੇ ਉਹ ਬੱਚੇ ਨੂੰ ਵੀ ਗਲਤੀ ਦਾ ਫਲ ਭੁਗਤਣਾ ਪੈ ਜਾਂਦਾ ਨਾ। ਇਸੇ ਤਰ੍ਹਾਂ ਸਾਡੇ ਫੈਸਲੇ ਲੈਣੇ ਨੇ ਸਾਡੇ ਮਨ ਦੇ ਮੱਤ ਨੇ, ਸਾਡੇ ਮਨ ਵਿੱਚ ਵਿਚਾਰ ਆਉਣਾ। ਸਪੋਜ਼ ਮਨ ਵਿੱਚ ਵਿਚਾਰ ਆਇਆ ਕਿ ਮੈਂ ਸ਼ਰਾਬ ਪੀਵਾਂ। ਹੁਣ ਮਨ ਵਿੱਚ ਇਹ ਵਿਚਾਰ ਆਇਆ ਹੈ, ਪਰ ਸ਼ਰਾਬ ਪੀਣਾ ਠੀਕ ਹੈ ਜਾਂ ਗਲਤ ਹੈ, ਇਹਦਾ ਨਿਰਣਾ ਕਰਨਾ ਹੈ ਮੱਤ ਨੇ। ਜੇ ਮੱਤ ਨੇ ਫੈਸਲਾ ਦੇ ਦਿੱਤਾ ਕਿ ਠੀਕ ਹੈ ਸ਼ਰਾਬ ਪੀ, ਤਾਂ ਫਿਰ ਮਾਂ ਗੜਬੜ ਕਰ ਗਈ ਨਾ। ਮਾਂ ਨੇ ਐਸਾ ਫੈਸਲਾ ਦੇ ਦਿੱਤਾ ਕਿ ਸ਼ਰਾਬ ਪੀਣ ਲੱਗ ਗਿਆ ਬੰਦਾ, ਕਿਡਨੀਆਂ ਵਗੈਰਾ ਖਰਾਬ, ਰਿਸ਼ਤੇ ਖਰਾਬ। ਤੇ ਜੇ ਮਾਂ ਠੀਕ ਹੈ, ਮਤਲਬ ਮੱਤ ਠੀਕ ਹੈ, ਤੇ ਮੱਤ ਨੇ ਕਹਿਣਾ ਨਾ, ਸ਼ਰਾਬ ਪੀਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਇਹ ਵਿਚਾਰ ਵੀ ਮਨ ਵਿੱਚ ਨਹੀਂ ਆਉਣਾ ਚਾਹੀਦਾ। ਮਾਂ ਨੇ, ਮੱਤ ਨੇ ਸਹੀ ਫੈਸਲਾ ਲਿਆ। ਤਾਂ ਗੁਰੂ ਜੀ ਕਹਿੰਦੇ ਨੇ ਉਸ ਮਨੁੱਖ ਦੀ ਮੱਤ ਭਾਗਾਂ ਵਾਲੀ ਹੈ ਜੋ ਗੁਰੂ ਸ਼ਬਦ ਦੇ ਰਾਹੀਂ ਮਨ ਨੂੰ ਵਸ ਵਿੱਚ ਲਿਆ ਕੇ ਮਾਇਆ ਵੱਲੋਂ ਆਪਣੇ ਮਨ ਨੂੰ ਮਾਰ ਦਿੰਦਾ ਹੈ, ਭਾਵ ਕਿ ਆਪਣੇ ਮਨ ਨੂੰ ਕਾਬੂ ਕਰ ਲੈਂਦਾ। ਦਰ ਸੱਚੈ ਸਚਿਆਰ ਸੱਚਾ ਆਇਆ। ਦਰ ਸੱਚੇ ਦਾ ਮਤਲਬ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਦਰ ਤੇ, ਸਚਿਆਰ ਦਾ ਮਤਲਬ ਸੁਰਖਰੂ। ਉਹ ਮਨੁੱਖ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਸੱਚਾ ਮੰਨਿਆ ਜਾਂਦਾ ਹੈ। ਸੱਚਾ ਆਇਆ ਦਾ ਮਤਲਬ ਉਹ ਸੱਚਾ ਵਪਾਰੀ ਮੰਨਿਆ ਜਾਂਦਾ ਹੈ, ਉਹਦਾ ਇਸ ਸੰਸਾਰ ਤੇ ਆਉਣਾ ਸਫਲਾ ਹੈ। ਸੱਚੇ ਦੇ ਦਰ ਤੇ ਉਹ ਸਚਿਆਰ ਹੁੰਦਾ ਹੈ, ਸੁਰਖਰੂ ਹੁੰਦਾ ਹੈ। ਦੇਖੋ, ਗੁਰਬਾਣੀ ਦੇ ਅੰਦਰ ਸਾਨੂੰ ਇੱਕ ਗੋਲ ਦਿੱਤਾ ਗਿਆ ਹੈ ਕਿ ਅਸੀਂ ਸਚਿਆਰ ਹੋਣਾ ਹੈ। ਕਿਵ ਸਚਿਆਰਾ ਹੋਈ ਹੈ। ਸਾਰੀ ਗੁਰਬਾਣੀ ਸਾਨੂੰ ਸਚਿਆਰ ਹੋਣ ਵਾਸਤੇ ਪ੍ਰੇਰਦੀ ਹੈ, ਪੂਰੇ ਜਗਤ ਦੇ ਹਰ ਇਸਤਰੀ ਪੁਰਸ਼ ਨੂੰ, ਕਿ ਬੰਦਾ ਮਨ ਬਚਨ ਕਰਮ ਕਰਕੇ ਸਚਿਆਰ ਹੋਵੇ, ਸੱਚ ਦਾ ਧਾਰਨੀ ਹੋਵੇ। ਤੇ ਰੱਬ ਨੂੰ ਵੀ ਗੁਰਬਾਣੀ ਵਿੱਚ ਸਚਿਆਰ ਹੀ ਆਖਿਆ ਹੈ। ਰੱਬ ਨੂੰ ਵੀ ਸਚਿਆਰ ਕਿਹਾ ਹੈ।
ਤੂੰ ਕਰਤਾ ਸਚਿਆਰ ਮਹਿੰਦਾ ਸਾਈਂ, ਰੱਬ ਵਰਗਾ ਹੀ ਬੰਦਾ ਹੋ ਜਾਂਦਾ ਨਾ, ਤਾਂ ਗੁਰੂ ਜੀ ਕਹਿੰਦੇ ਨੇ ਉਹ ਮਨੁੱਖ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਸੱਚਾ ਹੈ, ਔਰ ਉਹ ਸੱਚ ਦਾ ਵਪਾਰੀ ਇਸ ਸੰਸਾਰ ਤੇ ਆਇਆ ਹੋਇਆ ਮੰਨਿਆ ਜਾਂਦਾ ਹੈ। ਕੌਣ? ਜੋ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਜਿਸ ਦੀ ਮੱਤ ਆਪਣੇ ਮਨ ਨੂੰ ਵਸ ਵਿੱਚ ਕਰ ਲੈਂਦੀ ਹੈ। ਪੁੱਛ ਨਾ ਸਕੈ ਕੋਈ ਜਾਂ ਖਸਮੈ ਪਾਇਆ। ਪੁੱਛ ਨਾ ਸਕੇ ਕੋਈ ਦਾ ਮਤਲਬ ਉਸ ਮਨੁੱਖ ਦੇ ਜੀਵਨ ਤੇ ਫਿਰ ਕੋਈ ਉਂਗਲ ਨਹੀਂ ਕਰਦਾ ਕਿ ਉਹ ਬੰਦਾ ਮਾੜਾ ਹੈ, ਉਹਨੇ ਇਹ ਕੁਛ ਮਾੜਾ ਕਰਮ ਕੀਤਾ ਹੈ, ਉਹਦਾ ਲੇਖਾ ਜੋਖਾ ਨਿਬੜ ਜਾਂਦਾ। ਉਹ ਮਨੁੱਖ ਦੇ ਜੀਵਨ ਤੇ ਕੋਈ ਹੋਰ ਉਂਗਲ ਨਹੀਂ ਕਰ ਸਕਦਾ, ਕਿਉਂਕਿ ਉਹ ਖਸਮ ਪ੍ਰਭੂ ਨੂੰ ਪਾ ਗਿਆ। ਉਹਦੇ ਕਰਮਾਂ ਦਾ ਲੇਖਾ ਜੋਖਾ ਨਹੀਂ ਹੁੰਦਾ। ਜਿਵੇਂ ਆਮ ਲੋਕ ਕਹਿੰਦੇ ਨੇ ਕਿ ਧਰਮਰਾਜ ਲੇਖਾ ਕਰੇਗਾ ਤੇ ਨਰਕ ਵਿੱਚ ਪਏਗਾ ਬੰਦਾ ਤੇ ਸੁਰਗ ਵਿੱਚ ਜਾਏਗਾ, ਉਹਦੇ ਇਹ ਲੇਖੇ ਜੋਖੇ ਮੁੱਕ ਗਏ, ਉਹ ਇਹਨਾਂ ਵਹਿਮਾਂ ਭਰਮਾਂ ਤੋਂ ਉੱਤੇ ਹੋ ਗਿਆ। ਉਹਦਾ ਇਸ ਸੰਸਾਰ ਤੇ ਆਉਣਾ ਸਫਲਾ ਹੈ, ਉਹਦੇ ਜੀਵਨ ਵੱਲ ਕੋਈ ਉਂਗਲ ਵੀ ਨਹੀਂ ਕਰ ਸਕਦਾ। ਹੁਣ ਜੇ ਕੋਈ ਕਰੇਗਾ ਵੀ ਨਿੰਦਿਆ ਤਾਂ ਉਹ ਪ੍ਰੂਫ ਕਿਵੇਂ ਪੇਸ਼ ਕਰੇਗਾ? ਕਿਹੜੇ ਪ੍ਰੂਫ ਪੇਸ਼ ਕਰੇਗਾ ਕਿ ਉਹ ਬੰਦੇ ਦੇ ਖਿਲਾਫ ਬੋਲ ਸਕੇ? ਤਾਂ ਉਹ ਇਨਸਾਨ ਮਹਾਨ ਹੋ ਜਾਂਦਾ। ਨਾਨਕ ਸੱਚ ਸਲਾਹ ਲਿਖਿਆ ਪਾਇਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਦਾ ਥਿਰ ਪ੍ਰਭੂ ਦੇ ਗੁਣ ਗਾ ਗਾ ਕੇ, ਸੱਚ ਸਲਾਹ ਪ੍ਰਭੂ ਦੀ ਸਿਫਤ ਸਲਾਹ ਕਰ ਕਰਕੇ ਲਿਖਿਆ ਪਾਇਆ ਦਾ ਮਤਲਬ ਉਹ ਆਪਣੇ ਇਸ ਲਿਖੇ ਦਾ ਫਲ ਪਾਉਂਦਾ ਹੈ। ਲਿਖਿਆ ਪਾਇਆ, ਜੋ ਉਹਨੇ ਅੰਦਰ ਲਿਖਿਆ ਹੈ। ਹੁਣ ਸਾਡੇ ਅੰਦਰ ਲਿਖਿਆ ਜਾ ਰਿਹਾ ਹੈ। ਲਿਖਣ ਨੂੰ ਤੁਸੀਂ ਸਮਝ ਰਹੇ ਹੋ ਕਿ ਪੈਨ ਕਾਪੀ ਦਾ ਲਿਖਣਾ ਨਹੀਂ ਹੈ। ਲਿਖਣ ਦਾ ਮਤਲਬ ਜੋ ਅਸੀਂ ਬੋਲਦੇ ਹਾਂ, ਜੋ ਸੋਚਦੇ ਹਾਂ, ਜੋ ਬਿਹੇਵੀਅਰ ਕਰਦੇ ਹਾਂ, ਸਾਡੇ ਅੰਦਰ ਸੰਸਕਾਰ ਪੈਦਾ ਹੋਈ ਜਾਂਦੇ ਨੇ। ਜਿਵੇਂ ਜਿਵੇਂ ਉਹ ਸੰਸਕਾਰ ਪੱਕੇ ਹੁੰਦੇ ਨੇ, ਸਾਡੀਆਂ ਆਦਤਾਂ ਬਣ ਜਾਂਦੀਆਂ ਨੇ, ਸਾਡਾ ਸੁਭਾਅ ਬਣ ਜਾਂਦਾ ਹੈ। ਉਸ ਸੁਭਾਅ ਮੁਤਾਬਕ ਹੀ ਬੰਦਾ ਚੰਗੇ ਜਾਂ ਮਾੜੇ ਕਰਮ ਕਰਦਾ ਹੈ ਤੇ ਉਹਨਾਂ ਕਰਮਾਂ ਦਾ ਹੀ ਫਲ ਸੁੱਖ ਜਾਂ ਦੁੱਖ ਦੇ ਰੂਪ ਵਿੱਚ ਮਿਲਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਉਸ ਇਨਸਾਨ ਨੇ ਜਿਹਦੀ ਮੱਤ ਮਹਾਨ ਹੈ, ਜਿਹਨੇ ਗੁਰੂ ਦੇ ਅਨੁਸਾਰ ਚੱਲ ਕੇ ਆਪਣੇ ਮਨ ਨੂੰ ਵਸ ਵਿੱਚ ਕਰ ਲਿਆ, ਜੋ ਹਮੇਸ਼ਾ ਪ੍ਰਭੂ ਦੀ ਸਿਫਤ ਸਲਾਹ ਕਰਨ ਦੇ ਲੇਖ ਲਿਖਦਾ ਰਹਿੰਦਾ ਹੈ, ਉਹ ਆਪਣੇ ਇਸ ਲਿਖੇ ਦਾ, ਆਪਣੀ ਇਸ ਸਿਫਤ ਸਲਾਹ ਕੀਤੀ ਦਾ ਚੰਗਾ ਫਲ ਪਾਉਂਦਾ ਹੈ। ਉਹਨੂੰ ਪ੍ਰਭੂ ਦਾ ਮਿਲਾਪ ਹਾਸਲ ਹੁੰਦਾ ਹੈ। ਉਹਦੀ ਜ਼ਿੰਦਗੀ ਵਿੱਚ ਸੁਖ ਸ਼ਾਂਤੀ, ਆਨੰਦ ਖੇੜਾ ਔਰ ਪ੍ਰਸੰਨਤਾ ਆ ਜਾਂਦੀ ਹੈ। ਸ਼ਲੋਕ ਮਹਿਲਾ ਪਹਿਲਾ। ਕੁਲਹਾਂ ਦੇਂਦੇ ਬਾਵਲੇ ਲੈਂਦੇ ਵੱਡੇ ਨਿਲੱਜ। ਕੁਲਹਾਂ ਦੇਂਦੇ ਬਾਵਲੇ, ਇੱਥੇ ਕੁਲਹਾਂ ਦਾ ਮਤਲਬ ਹੈ ਕੁੱਲੇ, ਟੋਪੀ ਸੇਲੀ। ਟੋਪੀ ਸੇਲੀ ਜੋ ਇੱਕ ਮੁਰਸ਼ਦ ਆਪਣੇ ਚੇਲੇ ਨੂੰ ਦਿੰਦਾ ਹੈ। ਜਦੋਂ ਕੋਈ ਸੰਤ ਬਾਬਾ ਮਰਦਾ ਹੈ, ਉਸ ਤੋਂ ਪਹਿਲਾਂ ਉਹ ਆਪਣੇ ਚੇਲੇ ਨੂੰ ਸੇਲੀ ਟੋਪੀ ਦੇ ਦਿੰਦਾ ਹੈ। ਆਪਣੀ ਉਹ ਜ਼ਿੰਮੇਵਾਰੀ ਦਿਖਾਉਂਦਾ ਹੈ ਕਿ ਮੇਰੇ ਤੋਂ ਬਾਅਦ ਇਸ ਬੰਦੇ ਨੇ ਗੱਦੀ ਤੇ ਬਹਿਣਾ। ਤਾਂ ਗੁਰੂ ਪਾਤਸ਼ਾਹ ਜੀ ਇਸ ਸ਼ਲੋਕ ਦੇ ਹੁੰਦਿਆਂ ਗੁਰੂ ਘਰ ਵਿੱਚ ਦੱਸ ਰਹੇ ਨੇ ਕਿ ਕਿਵੇਂ ਜਿਹੜਾ ਹੈ, ਗੜਬੜ ਕਿੱਥੇ ਹੈ ਔਰ ਕੀ ਗੜਬੜ। ਕੁਲਹਾਂ ਦੇਂਦੇ ਬਾਵਲੇ। ਬਾਵਲੇ ਦਾ ਮਤਲਬ ਕਮਲੇ, ਮੂਰਖ। ਇਧਰ ਜਾਈਏ ਨਾ ਰਾਜਸਥਾਨ ਵਿੱਚ, ਧਰਤੌਲਪੁਰ, ਅਲਵਰ ਵਗੈਰਾ, ਤਾਂ ਉਧਰ ਬਾਵਲਾ ਕਹਿੰਦੇ ਨੇ ਮੂਰਖ ਬੰਦੇ ਨੂੰ, ਕੀ ਬਾਵਲੋ ਹੋਰ ਹੋਏ, ਕਮਲਾ ਹੋਇਆ ਫਿਰਦਾ ਹੈ। ਕੁਲਹਾਂ ਦੇਂਦੇ ਬਾਵਲੇ, ਲੈਂਦੇ ਵੱਡੇ ਨਿਲੱਜ। ਨਿਲੱਜ ਦਾ ਮਤਲਬ ਬੇਸ਼ਰਮ। ਤਾਂ ਗੁਰੂ ਜੀ ਕਹਿੰਦੇ ਨੇ ਉਹ ਲੋਕ ਮੂਰਖ ਕਮਲੇ ਨੇ ਜੋ ਚੇਲਿਆਂ ਨੂੰ ਸੇਲੀ ਟੋਪੀ ਦਿੰਦੇ ਨੇ ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੇ ਥਾਂ ਗੱਦੀ ਦਿੰਦੇ ਨੇ। ਤੇ ਇਹ ਸੇਲੀ ਟੋਪੀ ਲੈਣ ਵਾਲੇ ਬਦੀਦ ਨੇ, ਨਿਰਲੱਜ ਨੇ, ਜੋ ਨਿਰੀ ਸੇਲੀ ਟੋਪੀ ਨਾਲ ਆਪਣੇ ਆਪ ਨੂੰ ਬਰਕਤ ਦੇਣ ਦੇ ਸਮਰੱਥ ਸਮਝ ਲੈਂਦੇ ਨੇ। ਹੁਣ ਇਹ ਚੀਜ਼ ਨੂੰ ਥੋੜਾ ਜਿਹਾ ਸਮਝਣਾ ਹੈ ਕਿ ਸੇਲੀ ਟੋਪੀ ਇੱਕ ਦੇ ਰਿਹਾ ਹੈ ਅੱਗੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਕਿ ਮੇਰੀ ਇਹ ਗੱਦੀ ਅੱਗੇ ਚੱਲੇਗੀ, ਤੇ ਜਿਹੜਾ ਲੈਣ ਵਾਲਾ ਬੰਦਾ ਹੈ ਉਹ ਬੰਦਾ ਇਹ ਸਮਝ ਲੈਂਦਾ ਕਿ ਸ਼ਾਇਦ ਇਹ ਸੇਲੀ ਟੋਪੀ ਲਿਆ, ਇਹਦੀ ਜਿਹੜੀ ਪੱਗ ਨੇ ਮੈਨੂੰ ਦਿੱਤੀ ਹੈ, ਇਹ ਬੰਨਣ ਦੇ ਨਾਲ ਹੀ ਮੈਂ ਬਰਕਤਾਂ ਦੇਣ ਵਾਲਾ ਹੋ ਗਿਆ, ਤੇ ਉਹ ਅੱਗੇ ਬਰਕਤਾਂ ਦੇਣ ਲੱਗ ਜਾਂਦਾ ਵੀ ਤੁਹਾਡੇ ਘਰ ਮੁੰਡੇ ਹੋਣਗੇ, ਤੁਹਾਡੇ ਮੁਕੱਦਮੇ ਜਿੱਤਣਗੇ। ਉਹ ਬੇਸ਼ਰਮ ਨੇ, ਕਿਉਂਕਿ ਨਿਰਾ ਸੇਲੀ ਟੋਪੀ ਲੈਣ ਦੇ ਨਾਲ ਬੰਦਾ ਵੱਡਾ ਥੋੜਾ ਹੋ ਜਾਂਦਾ, ਤੇ ਸੇਲੀ ਟੋਪੀ ਦੇਣ ਵਾਲਾ ਕੋਈ ਥੋੜਾ ਮਹਾਨ ਵੱਡਾ ਹੋ ਜਾਏਗਾ। ਗੱਲ ਤਾਂ ਜੀਵਨ ਦੀ ਹੈ ਕਿ ਉਸ ਬੰਦੇ ਦੀ ਜ਼ਿੰਦਗੀ ਕੈਸੀ ਹੈ, ਜੀਵਨ ਵਿੱਚ ਉਹਨੇ ਕੀਤਾ ਕੀ, ਉਹਦੀ ਕਾਲ ਕਮਾਈ ਕੀ ਹੈ। ਐਵੇਂ ਤੇ ਗੱਦੀਆਂ ਲਾ ਕੇ
ਗੁਰੂ ਤੇਗ ਬਹਾਦਰ ਜੀ ਦੇ ਸਮੇਂ ਬਹਿ ਹੀ ਗਏ ਸਨ ਨਾ ਕਿੰਨੇ ਸਾਰੇ ਲੋਕ। ਐਵੇਂ ਤੇ ਰਾਮ ਰਾਏ ਨੇ ਵੀ ਆਪਣੀ ਗੱਦੀ ਚਲਾਈ ਸੀ। ਧੀਰ ਮੱਲ ਵੀ ਇਸ ਚੀਜ਼ ਦਾ ਦਾਅਵੇਦਾਰ ਸੀ, ਔਰ ਉਹਨੇ ਤਾਂ 9ਵੇਂ ਪਾਤਸ਼ਾਹ ਦੇ ਉੱਤੇ ਗੋਲੀ ਵੀ ਚਲਵਾਈ ਸੀ ਨਾ ਸੀਹੇ ਮਸੰਦ ਤੋਂ। ਉਹਨੇ ਗੋਲੀ ਵੀ ਚਲਵਾਈ ਸੀ ਸੀਹੇ ਮਸੰਦ ਤੋਂ, ਔਰ ਆਪਣੇ ਆਪ ਨੂੰ ਉਹਨੇ ਦਾਅਵੇਦਾਰ ਵੀ ਖਵਾਇਆ ਸੀ ਕਿ ਮੈਂ ਗੱਦੀ ਦਾ ਦਾਅਵੇਦਾਰ ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਕੁਲਹਾਂ ਦੇਂਦੇ ਬਾਵਲੇ, ਐਸੇ ਜਿਹੜੇ ਸੇਲੀਆਂ ਟੋਪੀਆਂ ਦੇਣ ਵਾਲੇ ਨੇ ਇਹ ਕਮਲੇ ਨੇ, ਲੈਂਦੇ ਵੱਡੇ ਨਿਲੱਜ, ਤੇ ਜਿਹੜੇ ਇਹ ਸੇਲੀਆਂ ਟੋਪੀਆਂ ਲੈ ਰਹੇ ਨੇ ਇਹ ਬਹੁਤ ਵੱਡੇ ਬੇਸ਼ਰਮ ਨੇ, ਇਹ ਬੜੇ ਵੱਡੇ ਨਿਰਲੱਜ ਨੇ। ਅਗਲੇ ਸ਼ਲੋਕ ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਚੂਹਾ ਖੱਡ ਨਾ ਮਾਵਈ, ਤਿੱਕਲ ਬੰਨੈ ਛੱਜ। ਤਿੱਕਲ ਦਾ ਮਤਲਬ ਲੱਕ ਦੇ ਨਾਲ, ਤਿੱਕਲ ਦਾ ਮਤਲਬ ਲੱਕ, ਮਾਵਈ ਦਾ ਮਤਲਬ ਸਮਾਂਦਾ ਨਹੀਂ, ਵੜ ਨਹੀਂ ਸਕਦਾ, ਸਮਾ ਨਹੀਂ ਸਕਦਾ। ਤਾਂ ਗੁਰੂ ਜੀ ਕਹਿੰਦੇ ਨੇ ਇਹਨਾਂ ਦੀ ਹਾਲਾਤ ਉਸ ਚੂਹੇ ਵਰਗੀ ਹੈ ਕਿ ਚੂਹਾ ਆਪ ਖੁੱਡ ਵਿੱਚ ਵੜ ਨਹੀਂ ਸਕ ਰਿਹਾ। ਟਿੱਕਲ ਬੰਨੇ ਛੱਜ, ਜੇਕਰ ਉਹਨੇ ਲੱਕ ਦੇ ਨਾਲ ਛੱਜ ਬੰਨਿਆ ਹੋਵੇ। ਪਹਿਲਾਂ ਤਾਂ ਚੂਹਾ ਖੁੱਡ ਦੇ ਵਿੱਚ ਵੈਸੇ ਨਹੀਂ ਵੜ ਪਾ ਰਿਹਾ, ਤੇ ਦੂਜਾ ਆਪਣੇ ਨਾਲ ਲੱਕ ਦੇ ਛੱਜ ਬੰਨ ਲੈ, ਤੇ ਛੱਜ ਬੰਨ ਕੇ ਕੀ ਚੂਹਾ ਖੁੱਡ ਦੇ ਵਿੱਚ ਵੜ ਜਾਏਗਾ? ਕਦੇ ਵੀ ਨਹੀਂ ਵੜ ਸਕਦਾ। ਇਹਨਾਂ ਲੋਕਾਂ ਦੀ ਹਾਲਾਤ ਉਸ ਚੂਹੇ ਵਰਗੀ ਹੈ ਜਿਹੜਾ ਆਪਣੇ ਲੱਕ ਦੇ ਨਾਲ ਛੱਜ ਬੰਨ ਕੇ ਖੁੱਡ ਦੇ ਅੰਦਰ ਵੜਨਾ ਚਾਹ ਰਿਹਾ ਹੈ। ਵਾਸਤਵ ਦੇ ਅੰਦਰ ਬਹੁਤ ਵੱਡੇ ਵੱਡੇ ਛੱਜ ਲੋਕਾਂ ਨੇ ਬੰਨੇ ਹੋਏ ਨੇ। ਇੱਕ ਆਮ ਕਹਾਣੀ ਵੀ ਸੁਣਾਉਂਦੇ ਨੇ ਨਾ ਕਿ ਗਿੱਦੜਾਂ ਨੇ ਸੋਚਿਆ ਕਿ ਅਸੀਂ ਵੀ ਕਿਉਂ ਨਾ ਆਪਣਾ ਲੰਬੜਦਾਰ ਬਣਾ ਲਈਏ। ਪਿੰਡਾਂ ਵਿੱਚ ਲੋਕਾਂ ਨੇ ਲੰਬੜਦਾਰ ਸਰਪੰਚ ਚੁਣੇ ਹੁੰਦੇ ਨੇ, ਆਪਣੇ ਆਗੂ ਚੁਣੇ ਹੁੰਦੇ ਨੇ, ਤੇ ਅਸੀਂ ਵੀ ਆਪਣਾ ਲੰਬੜਦਾਰ ਬਣਾ ਲਈਏ। ਤੇ ਉਹ ਕਹਿਣ ਲੱਗੇ ਅਸੀਂ ਸਾਰੇ ਇੱਕੋ ਜਿਹੇ, ਤੇ ਲੰਬੜਦਾਰ ਦੀ ਨਿਸ਼ਾਨੀ ਕੀ ਹੋਏਗੀ? ਉਹਨਾਂ ਨੇ ਤੇ ਝੰਡੀਆਂ ਲਾਈਆਂ ਹੁੰਦੀਆਂ ਨੇ ਕਾਰਾਂ ਅੱਗੇ ਬੰਦਿਆਂ ਦੇ, ਤੇ ਉਹਨਾਂ ਕੋਲ ਤੇ ਸਰਟੀਫਿਕੇਟ ਵਗੈਰਾ ਹੁੰਦੇ ਨੇ, ਆਈ ਕਾਰਡ ਵਗੈਰਾ ਹੁੰਦੇ ਨੇ, ਉਹਨਾਂ ਦੇ ਪਹਿਚਾਨ ਕਾਰਡ ਹੁੰਦੇ ਨੇ, ਤੇ ਅਸੀਂ ਪਹਿਚਾਨ ਕਾਰਡ ਕਿਹੜਾ ਲਵਾਂਗੇ? ਉਹ ਕਹਿਣ ਲੱਗੇ ਕੋਈ ਨਾ, ਆਪਾਂ ਆਪਣੇ ਲੰਬੜਦਾਰ ਦੇ ਲੱਕ ਦੇ ਨਾਲ ਛੱਜ ਬੰਨ ਦਿੰਦੇ ਆ। ਉਹਨਾਂ ਨੇ ਆਪਣੇ ਲੰਬੜਦਾਰ ਦੇ ਪਿੱਛੇ ਛੱਜ ਬੰਨ ਦਿੱਤਾ, ਤੇ ਕੁਦਰਤੀ ਦੂਜੇ ਤੀਜੇ ਦਿਨ ਉਹ ਹੁਣ ਲੰਬੜਦਾਰ ਵੀ ਬੜਾ ਖੁਸ਼, ਜਦੋਂ ਤੁਰੇ ਤੇ ਪਿੱਛੇ ਛੱਜ ਖੜ 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 ਕਰ ਕਰੇ, ਤੇ ਉਹਨੂੰ ਬੜੀ ਚਾਅ ਚੜਿਆ ਵੀ ਮੈਂ ਲੰਬੜਦਾਰ। ਕੁਦਰਤੀ ਦੂਜੇ ਤੀਜੇ ਦਿਨ ਬਰਸਾਤ ਪੈਣ ਲੱਗ ਗਈ, ਤੇ ਗੜੇ ਪੈਣ ਲੱਗ ਗਏ, ਤੇ ਗਿੱਦੜ ਵੜ ਗਏ ਖੁੱਡ ਵਿੱਚ, ਤੇ ਇਹ ਗਿੱਦੜ ਅੰਦਰ ਵੜੇ, ਤੇ ਇਹ ਪਿੱਛੋਂ ਛੱਜ ਅੜ ਗਿਆ, ਤੇ ਗੜੇ ਪੈਣ ਤੇ ਇਹ ਹੁਣ ਚੀਕੇ, ਤੇ ਅੰਦਰਲੇ ਸਾਰੇ ਆਵਾਜ਼ ਮਾਰਨ ਲੰਬੜਦਾਰ ਜੀ ਅੰਦਰ ਆ ਜਾਓ, ਬਾਹਰ ਕਿਉਂ ਭਿੱਜ ਰਹੇ ਹੋ, ਅੰਦਰ ਆ ਜਾਓ। ਉਹ ਕਹਿੰਦਾ ਭਰਾਵਾ ਮੈਂ ਤੇ ਉਹਨਾਂ ਲੰਬੜਦਾਰੀ ਨਹੀਂ ਅੰਦਰ ਆਉਣ ਦਿੰਦੀ, ਲੰਬੜਦਾਰੀ ਅੜੀ ਪਈ ਹੈ। ਤਾਂ ਇਹ ਜੋ ਲੰਬੜਦਾਰੀਆਂ ਨੇ ਇਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਨਹੀਂ ਆਉਣ ਦੇ ਰਹੀਆਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨੀਏ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਵੀਏ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਲੋਕਾਂ ਦੀ ਹਾਲਾਤ ਉਹ ਹੈ ਜੋ ਅੱਗੇ ਸੇਲੀਆਂ ਟੋਪੀਆਂ ਦੇ ਰਹੇ ਨੇ, ਉਹ ਬਾਵਲੇ ਕਮਲੇ ਨੇ, ਬੇਸਮਝ ਨੇ, ਜਿਹੜੇ ਸੇਲੀਆਂ ਟੋਪੀਆਂ ਲੈ ਕੇ ਇਹ ਸਮਝ ਰਹੇ ਨੇ ਕਿ ਸ਼ਾਇਦ ਅਸੀਂ ਹੁਣ ਬਰਕਤਾਂ ਦੇਣ ਦੇ ਕਾਬਲ ਹੋ ਗਏ ਹਾਂ। ਇਹਨਾਂ ਦੀ ਹਾਲਾਤ ਉਸ ਚੂਹੇ ਵਰਗੀ ਹੈ ਜਿਹਨੇ ਆਪਣੇ ਲੱਕ ਦੇ ਨਾਲ ਛੱਜ ਬੰਨਿਆ ਹੋਇਆ ਹੈ ਔਰ ਖੁੱਡ ਦੇ ਅੰਦਰ ਨਹੀਂ ਸਮਾ ਸਕਦਾ। ਤਾਂ ਇਸੇ ਤਰ੍ਹਾਂ ਜਦੋਂ ਤੱਕ ਕਰਮ ਕਾਂਡ, ਹਉਮੈ, ਹੰਕਾਰ ਆਦਿਕ ਅਸੀਂ ਆਪਣੇ ਮਨ ਦੇ ਅੰਦਰ ਵਸਾ ਕੇ ਰੱਖਦੇ ਹਾਂ, ਉਦੋਂ ਤੱਕ ਅਸੀਂ ਰੱਬੀ ਰਜ਼ਾ ਭਾਣੇ ਮੁਤਾਬਕ ਜ਼ਿੰਦਗੀ ਨਹੀਂ ਜੀ ਸਕਦੇ। ਤਾਂ ਦੇਖੋ ਕਿੰਨੇ ਸਪਸ਼ਟ ਪ੍ਰਮਾਣ ਪਾਵਨ ਬਾਣੀ ਦੇ ਅੰਦਰ ਸਾਨੂੰ ਮਿਲ ਰਹੇ ਨੇ। ਜੇਕਰ ਸਾਡੇ ਲੋਕ ਖਾਸ ਕਰਕੇ ਸਿੱਖ ਵੀਰ ਭੈਣਾਂ ਇਹ ਚੀਜ਼ ਨੂੰ ਪੜ੍ਹਨ, ਵਿਚਾਰਨ ਔਰ ਸਮਝਣ, ਤਾਂ ਕਦੀ ਵੀ ਆ ਬਾਬਿਆਂ ਦੇ ਡੇਰਿਆਂ ਵਾਲੇ ਪਾਸੇ ਜਾਣ ਦਾ ਯਤਨ ਨਾ ਕਰਨ। ਔਰ ਜੇ ਸਾਡੇ ਬਾਬੇ ਜਿਹੜੇ ਨੇ, ਜੇ ਉਹ ਇਹ ਚੀਜ਼ ਨੂੰ ਨਿਸ਼ਪਕਸ਼ ਵਿਚਾਰਨ, ਤਾਂ ਉਹ ਆਪਣੀ ਹਉਮੈ ਹੰਕਾਰ ਨੂੰ ਛੱਡ ਕੇ ਗੁਰੂ ਨਾਨਕ ਦੇਵ ਦੀ ਸਿੱਖੀ ਦਾ ਅੰਗ ਬਣ ਕੇ ਰਹਿਣ, ਆਪਣੇ ਵੱਖਰੇ ਜਿਹੜੇ ਨੇ ਮਰਿਆਦਾਵਾਂ ਤੇ ਵਖੇਵੇਂ ਨਾ ਚਲਾਣ। ਦੇਨ ਦੁਆਈ ਸੇ ਮਰੇ ਜਿਨ ਕੋ ਦੇਨ ਸਿਜਾਹੇ। ਇੱਥੇ ਦਵਾਈ ਨਹੀਂ ਪੜਨਾ, ਦੁਆਈ। ਇੱਥੇ ਦਵਾਈ ਦਾ ਹੁਣ ਇਹੋ ਜਿਹੀਆਂ ਗੱਦੀਆਂ ਥਾਪ ਕੇ, ਦੇਨ ਦਵਾਈ ਦਾ ਮਤਲਬ ਲੋਕਾਂ ਨੂੰ ਦੁਆਵਾਂ ਦਿੰਦੇ ਨੇ, ਅਸ਼ੀਸਾਂ ਦਿੰਦੇ ਨੇ ਵੀ ਜਾ ਬੱਚਾ ਤੇਰਾ ਮੁਕੱਦਮਾ ਜਿੱਤ ਜਾਏਗਾ, ਜਾ ਬੱਚਾ ਤੇਰੇ ਵੱਲ ਬੇਟਾ ਹੋਏਗਾ, ਦੁਆਵਾਂ ਦਿੰਦੇ ਨੇ, ਲੰਮੀ ਉਮਰ ਦੀਆਂ ਦੁਆਵਾਂ ਦੇ ਰਹੇ ਨੇ। ਤਾਂ ਇਹੋ ਜਿਹੀਆਂ ਗੱਦੀਆਂ ਥਾਪ ਕੇ
ਜੋ ਹੋਰਨਾਂ ਨੂੰ ਅਸ਼ੀਸ਼ਾਂ ਦਿੰਦੇ ਨੇ, ਸੇ ਮਰੇ, ਉਹ ਮਰ ਜਾਂਦੇ ਨੇ। ਦੁਆਵਾਂ ਦੇਣ ਵਾਲੇ ਮਰ ਜਾਂਦੇ ਨੇ। ਦੇਣ ਦੁਆਈ ਸੇ ਮਰੇ, ਦੁਆਵਾਂ ਦੇਣ ਵਾਲੇ, ਅਸ਼ੀਸ਼ਾਂ ਦੇਣ ਵਾਲੇ ਵੀ ਮਰ ਜਾਂਦੇ ਨੇ। ਜਿਨ ਕੋ ਦੇਨ ਸੇ ਜਾਹੇ, ਤੇ ਜਿਨ੍ਹਾਂ ਨੂੰ ਅਸ਼ੀਸ਼ਾਂ ਦਿੰਦੇ ਨੇ, ਸੇ ਜਾਹੇ ਦਾ ਮਤਲਬ ਉਹ ਵੀ ਮਰ ਜਾਂਦੇ ਨੇ, ਉਹਨਾਂ ਦਾ ਵੀ ਆਤਮਿਕ ਮੌਤ ਹੋ ਜਾਂਦੀ ਹੈ। ਦੁਆਵਾਂ ਦੇਣ ਵਾਲੇ ਵੀ ਆਤਮਿਕ ਮੌਤ ਤੇ ਮਰ ਜਾਂਦੇ ਨੇ, ਤੇ ਦੁਆਵਾਂ ਲੈਣ ਵਾਲੇ ਵੀ ਆਤਮਿਕ ਮੌਤ ਤੇ ਮਰ ਜਾਂਦੇ ਨੇ। ਦੇਣ ਵਾਲਾ ਤਾਂ ਆਤਮਿਕ ਮੌਤ ਤੇ ਮਰਿਆ ਪਿਆ ਹੈ, ਉਹਨੂੰ ਪਤਾ ਹੈ ਕਿ ਮੇਰੇ ਅੰਦਰ ਕੋਈ ਸ਼ਕਤੀ ਨਹੀਂ, ਕਰਾਮਾਤਾ ਨਹੀਂ। ਦੇਣ ਵਾਲੇ ਨੂੰ ਪਤਾ ਹੈ ਕਿ ਮੇਰੀ ਇਹੋ ਜਿਹੀ ਜ਼ਿੰਦਗੀ ਨਹੀਂ ਹੈ ਜਿਹੋ ਜਿਹਾ ਮੈਂ ਬਾਹਰੋਂ ਬਣ ਕੇ ਬੈਠਾ ਹੋਇਆ। ਤਾਂ ਆਤਮਿਕ ਮੌਤ ਤੇ ਮਰਿਆ ਹੋਇਆ ਹੈ। ਜਿਹੜਾ ਬੰਦਾ ਅੰਦਰੋਂ ਹੋਰ ਹੈ, ਬਾਹਰੋਂ ਹੋਰ ਹੈ, ਉਹ ਮਰਿਆ ਹੋਇਆ ਹੈ। ਤੇ ਜਿਨ੍ਹਾਂ ਨੂੰ ਦਿੰਦੇ ਨੇ, ਉਹ ਵੀ ਆਤਮਿਕ ਮੌਤ ਤੇ ਮਰ ਜਾਂਦੇ ਨੇ, ਕਿਉਂਕਿ ਉਹਨਾਂ ਨੇ ਕਰਮ ਉਹ ਕਰਨੇ ਨੇ ਜੋ ਗੁਰਮਤ ਤੋਂ ਉਲਟ ਨੇ। ਤੇ ਜਦੋਂ ਬੰਦਾ ਗੁਰਮਤ ਤੋਂ ਉਲਟ ਕਰਮ ਕਰੇਗਾ, ਉਹ ਵੀ ਮਰੇਗਾ। ਪਤਾ ਲੈਣ ਵਾਲਿਆਂ ਨੂੰ, ਇਹ ਦੁਆਵਾਂ ਲੈਣ ਵਾਲਿਆਂ ਨੂੰ, ਕਿ ਸਾਡੀ ਜ਼ਿੰਦਗੀ ਗੁਰਮਤ ਆਸ਼ੇ ਅਨੁਸਾਰ ਨਹੀਂ ਹੈ, ਅਸੀਂ ਠੱਗੀਆਂ ਫਰੇ ਮਾਰ ਰਹੇ ਹਾਂ, ਅਸੀਂ ਝੂਠ ਬੋਲ ਰਹੇ ਹਾਂ, ਉਹ ਵੀ ਮਰ ਜਾਂਦੇ ਨੇ। ਨਾਨਕ ਹੁਕਮ ਨਾ ਜਾਪਈ, ਕਿੱਥੇ ਜਾਏ ਸਮਾਹੇ। ਹੁਕਮ ਨਾ ਜਾਪਈ, ਪਰ ਹੇ ਨਾਨਕ, ਪ੍ਰਭੂ ਦੀ ਰਜ਼ਾ ਇਹਨਾਂ ਨੂੰ ਸਮਝ ਨਹੀਂ ਆਉਂਦੀ। ਜਾਪਈ ਦਾ ਮਤਲਬ ਇਹਨਾਂ ਨੂੰ ਨਹੀਂ ਜਾਪਦੀ, ਸਮਝਦੇ ਨਹੀਂ। ਜਾਪਣ ਦਾ ਮਤਲਬ ਹੁੰਦਾ ਹੈ ਸਮਝਣਾ, ਜਾਣਨਾ। ਨਾਨਕ ਹੁਕਮ ਨਾ ਜਾਪਈ, ਇਹਨਾਂ ਨੂੰ ਹੁਕਮ ਦੀ ਸੂਝ ਨਹੀਂ ਹੈ, ਸਮਝ ਨਹੀਂ ਹੈ। ਕਿੱਥੇ ਜਾਏ ਸਮਾਹੇ, ਕਿ ਰੱਬੀ ਰਜ਼ਾ ਤੋਂ ਉਲਟ ਹੋ ਕੇ ਕਿੱਥੇ ਜਾ ਕੇ ਸਮਾਣਗੇ, ਕਿੱਥੇ ਜਾ ਕੇ ਗਿਰਨਗੇ, ਕੈਸੀ ਇਹਨਾਂ ਦੀ ਜ਼ਿੰਦਗੀ ਦੀ ਹਾਲਾਤ ਹੋ ਜਾਏ। ਇਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਹੈ। ਸੇਲੀਆਂ ਟੋਪੀਆਂ ਲੈਣ ਵਾਲੇ, ਦੇਣ ਵਾਲੇ, ਦੁਆਵਾਂ ਲੈਣ ਵਾਲੇ, ਦੁਆਵਾਂ ਦੇਣ ਵਾਲੇ, ਹੁਕਮ ਨਾ ਜਾਪਈ, ਇਹਨਾਂ ਨੂੰ ਹੁਕਮ ਦੀ ਸੂਝ ਨਹੀਂ ਹੈ। ਕਿੱਥੇ ਜਾਏ ਸਮਾਹੇ, ਤਾਂ ਗੁਰੂ ਜੀ ਕਹਿੰਦੇ ਨੇ ਕਿੱਥੇ ਜਾ ਕੇ ਸਮਾਣਗੇ, ਕਿ ਇਹਨਾਂ ਨੂੰ ਰੱਬ ਦੀ ਪ੍ਰਾਪਤੀ ਹੋਏਗੀ, ਕਿ ਇਹ ਸੱਚ ਦੇ ਵਿੱਚ ਮਿਲਣਗੇ, ਕਿੱਥੇ ਜਾ ਕੇ ਗਿਰਨਗੇ, ਕਿੰਨੀ ਐਸੀ ਗਲਤ ਇਹਨਾਂ ਦੀ ਹਾਲਾਤ ਹੋਏਗੀ। ਤਾਂ ਇਸ ਚੀਜ਼ ਨੂੰ ਬੰਦਾ ਨਹੀਂ ਸਮਝ ਪਾਉਂਦਾ। ਫਸਲ ਅਹਾੜੀ ਏਕ ਨਾਮ, ਸਾਮਣੀ ਸੱਚ ਨਾਉ। ਅਹਾੜੀ ਦਾ ਮਤਲਬ ਹਾੜ ਦੀ ਫਸਲ, ਜਿਹਨੂੰ ਅਸੀਂ ਹਾੜੀ ਕਹਿੰਦੇ ਆ, ਜੋ ਹਾੜ ਦੇ ਮਹੀਨੇ ਵਿੱਚ ਆ ਫਸਲ ਹੁੰਦੀ। ਸਾਮਣੀ ਲਿਖਿਆ ਹੈ ਸੌਣੀ, ਸੌਣ ਦੀ ਫਸਲ। ਜਿਵੇਂ ਝੋਨਾ ਹੈ, ਜਵਾਰ ਬਾਜਰੇ ਵਗੈਰਾ ਲੋਕ ਬੀਜਦੇ ਨੇ, ਉਹ ਸੌਣ ਦੀ ਫਸਲ ਹੋ ਗਈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ, ਮੈਂ ਪ੍ਰਭੂ ਦੀ ਸਿਫਤ ਸਲਾਹ ਨੂੰ ਹੀ ਹਾੜੀ ਦੀ ਫਸਲ ਸਮਝਿਆ ਹੈ, ਔਰ ਜੋ ਸੱਚ ਨਾਮ ਮਤਲਬ ਜੋ ਸੱਚਾ ਹੁਕਮ ਹੈ, ਉਹਨੂੰ ਮੈਂ ਸੌਣੀ ਦੀ ਫਸਲ ਬਣਾਇਆ ਹੈ। ਹੁਣ ਇਹ ਚੀਜ਼ ਨੂੰ ਨਾ ਥੋੜਾ ਜਿਹਾ ਸਮਝਣਾ ਹੈ। ਇਹਦਾ ਮਤਲਬ ਇਹ ਨਹੀਂ ਕਿ ਹਾੜੀ ਸੌਣੀ ਦੀ ਫਸਲ ਨਹੀਂ ਬੀਜਣੀ। ਹੁਣ ਹਾੜੀ ਸੌਣੀ ਦੀ ਫਸਲ ਲੋਕ ਕਿਉਂ ਬੀਜਦੇ ਨੇ? ਕਿਉਂਕਿ ਇੱਕ ਤੇ ਉਹਦੇ ਨਾਲ ਦਾਣਾ ਆਏਗਾ, ਉਹਦੇ ਨਾਲ ਅਸੀਂ ਖਾਵਾਂਗੇ ਰੋਟੀ ਪਾਣੀ। ਦੂਜਾ, ਹਾੜੀ ਸੌਣੀ ਦੀ ਫਸਲ ਵੇਚ ਕੇ ਪੈਸਾ ਆਏਗਾ, ਜਿਸ ਦੇ ਨਾਲ ਰੋਟੀ ਕੱਪੜੇ ਮਕਾਨ ਦੀਆਂ ਲੋੜਾਂ ਪੂਰੀਆਂ ਹੋਣਗੀਆਂ, ਕੋਈ ਪੂੰਜੀ ਬਣੇਗੀ। ਇੱਥੇ ਹੈ ਜੀਵਨ ਦੀ ਸਾਰੀ ਰਾਸ ਪੂੰਜੀ। ਤਾਂ ਗੁਰੂ ਜੀ ਕਹਿੰਦੇ ਨੇ, ਮੈਂ ਪ੍ਰਭੂ ਦੇ ਹੁਕਮ ਨੂੰ ਹੀ ਆਪਣੇ ਜੀਵਨ ਸਫਰ ਦੀ ਰਾਸ ਪੂੰਜੀ ਬਣਾਇਆ ਹੋਇਆ ਹੈ। ਇਹਦਾ ਮਤਲਬ ਇਹ ਨਹੀਂ ਕਿ ਇੱਥੇ ਖੇਤੀਬਾੜੀ ਕਰਨ ਦਾ ਖੰਡਨ ਕੀਤਾ ਜਾ ਰਿਹਾ ਹੈ ਨਾ। ਇੱਥੇ ਜੀਵਨ ਦੀ ਜੋ ਰਾਸ ਪੂੰਜੀ ਹੈ, ਉਹ ਪ੍ਰਭੂ ਦਾ ਹੁਕਮ ਹੈ, ਰਜ਼ਾ ਹੈ, ਭਾਣਾ ਹੈ, ਗੁਣ ਨੇ। ਦੋ ਤਰ੍ਹਾਂ ਦੀ ਰਾਸ ਪੂੰਜੀ ਹੈ ਲੋਕਾਂ ਦੇ ਕੋਲ। ਜਿਹੜੇ ਫਸਲ ਬੀਜ ਰਹੇ ਨੇ ਨਾ, ਦੁਕਾਨ ਕਰ ਰਹੇ ਨੇ, ਖੇਤੀ ਕਰ ਰਹੇ ਨੇ, ਵਪਾਰ ਕਰ ਰਹੇ ਨੇ, ਜੌਬ ਕਰ ਰਹੇ ਨੇ, ਉਹਨਾਂ ਦੇ ਕੋਲ ਦੋ ਤਰ੍ਹਾਂ ਦੀ ਰਾਸ ਪੂੰਜੀ ਹੈ। ਇੱਕ ਹੈ ਕਿ ਸਤ, ਸੰਤੋਖ, ਦਇਆ, ਧਰਮ, ਧੀਰਜ, ਇਹਨੂੰ ਬੇਸ ਬਣਾ ਕੇ ਉਹ ਰਾਸ ਪੂੰਜੀ ਬਣਾ ਰਹੇ ਨੇ, ਆਪਣਾ ਜੀਵਨ ਜੀ ਰਹੇ ਨੇ। ਉਹਨਾਂ ਦੇ ਕੋਲ ਸ਼ੁਭ ਗੁਣਾਂ ਦੀ ਰਾਸ ਪੂੰਜੀ ਹੈ, ਗੁਣਾਂ ਨੂੰ ਵਰਤਦੇ ਨੇ। ਦੂਜੇ ਲੋਕ ਉਹ ਨੇ ਜੋ ਖੇਤੀਬਾੜੀ ਵੀ ਕਰ ਰਹੇ ਨੇ, ਜਾਂ ਮਤਲਬ ਵਪਾਰ ਕਰ ਰਹੇ ਨੇ, ਦੁਕਾਨ ਕਰ ਰਹੇ ਨੇ, ਜੌਬ ਕਰ ਰਹੇ ਨੇ, ਪਰ ਉਹਨਾਂ ਦੇ ਅੰਦਰ ਈਰਖਾ, ਦਵੇਸ਼, ਵੈਰ, ਵਿਰੋਧ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ। ਉਹਨਾਂ ਨੇ ਰਾਸ ਪੂੰਜੀ ਇਹਨੂੰ ਬਣਾਇਆ ਹੋਇਆ ਹੈ। ਕੰਮ ਉਹ ਵੀ ਉਹੀ ਕਰ ਰਹੇ ਨੇ, ਕੰਮ ਉਹ ਵੀ ਪ੍ਰਭੂ ਦੀ ਸਿਫਤ ਸਲਾਹ ਨੂੰ ਹੀ
ਆਪਣੇ ਜੀਵਨ ਸਫਰ ਦੀ ਰਾਸ ਪੂੰਜੀ ਬਣਾਇਆ ਹੈ। ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਬੇਸ ਬਣਾਇਆ ਹੈ। ਸਾਵਣ ਦੀ ਫਸਲ ਬੀਜੋ, ਹਾੜ ਦੀ ਫਸਲ ਬੀਜੋ, ਲੇਕਿਨ ਜੀਵਨ ਦੀ ਜੋ ਰਾਸ ਪੂੰਜੀ ਹੈ, ਜੋ ਬੇਸ ਹੈ, ਉਹ ਸੱਚ ਹੋਣਾ ਚਾਹੀਦਾ ਹੈ। ਪ੍ਰਭੂ ਦੀ ਸਿਫਤ ਸਲਾਹ ਜਿਹੜੀ ਹੈ ਉਹ ਨਹੀਂ ਭੁੱਲਣੀ ਚਾਹੀਦੀ। ਮੈਂ ਮਹਿਦੂਦ ਲਿਖਾਇਆ, ਖਸਮੈ ਕਹਿ ਦਰ ਜਾਏ। ਮਹਿਦੂਦ ਦਾ ਮਤਲਬ ਪਟਾ, ਸਰਕਾਰੀ ਲਿਖਤ ਜਿਸ ਵਿੱਚ ਲਗਾਨ ਦੀ ਹੱਦ ਬੰਨੀ ਹੁੰਦੀ ਹੈ, ਉਹਦੇ ਤੋਂ ਵੱਧ ਲਗਾਨ ਨਹੀਂ ਲੱਗ ਸਕਦਾ। ਮਹਿਦੂਦ ਕਹਿੰਦੇ ਨੇ ਹੱਦ ਵਿੱਚ ਲਿਆਂਦੀ ਹੋਈ ਚੀਜ਼, ਇੱਕ ਮੰਨਿਆ ਪਰਮੰਨਿਆ ਪਰਵਾਨਾ। ਜਾਏ ਦਾ ਮਤਲਬ ਜਾ ਕੇ, ਕਹਿ ਦਰ ਦਾ ਮਤਲਬ ਪ੍ਰਭੂ ਦੇ ਦਰ ਤੇ। ਮੈਂ ਇੱਕ ਐਸਾ ਪਟਾ ਲਿਖਾਇਆ ਹੈ ਜੋ ਖਸਮ ਪ੍ਰਭੂ ਦੀ ਹਜ਼ੂਰੀ ਵਿੱਚ ਜਾ ਅਪੜਦਾ ਹੈ। ਐਸਾ ਪਟਾ ਲਿਖਾਇਆ ਹੈ। ਜ਼ਮੀਨਾਂ ਦਾ ਪਟਾ ਲਿਖਾਉਂਦੇ ਨੇ ਨਾ, ਜਿਵੇਂ ਲੀਜ਼ ਤੇ ਲੈ ਲੈਂਦੇ ਨੇ 99 ਸਾਲ ਵਾਸਤੇ, ਜਿਵੇਂ ਠੇਕੇ ਤੇ ਲੈ ਲਈ ਤਾਂ ਠੇਕੇ ਦਾ ਪਟਾ ਲਿਖਾ ਲਿਆ, ਜਾਂ ਰਜਿਸਟਰੀ ਆਪਣੇ ਨਾਮ ਕਰਾ ਲਈ, ਜਾਂ ਜਿਵੇਂ ਹੁਣ ਅਸੀਂ ਵਿਦੇਸ਼ ਵਿੱਚ ਆਉਣਾ ਹੈ ਤਾਂ ਉਹਦੇ ਵਾਸਤੇ ਸਾਨੂੰ ਵੀਜ਼ਾ ਚਾਹੀਦਾ ਹੈ, ਤਾਂ ਜੇ ਦੇਸ਼ ਦਾ ਵੀਜ਼ਾ ਹੈ ਤਾਂ ਅੱਗੇ ਐਂਟਰੀ ਮਿਲ ਸਕਦੀ ਹੈ। ਪਰ ਜੇ ਇਕੱਲਾ ਪਾਸਪੋਰਟ ਲੈ ਕੇ ਬੰਦਾ ਆਉਣਾ ਚਾਹੇ, ਵੀਜ਼ਾ ਨਾ ਹੋਵੇ, ਤਾਂ ਫਿਰ ਉਹ ਆ ਨਹੀਂ ਨਾ ਸਕੇਗਾ। ਤਾਂ ਜੇ ਅਸੀਂ ਹੁਣ ਇੰਡੀਆ ਜਾਣਾ ਹੈ ਤਾਂ ਸਾਡੇ ਕੋਲ ਇੰਡੀਆ ਦਾ ਵੀਜ਼ਾ ਚਾਹੀਦਾ ਹੈ, ਤਾਂ ਸਾਨੂੰ ਐਂਟਰੀ ਮਿਲ ਜਾਏਗੀ। ਤੇ ਜੇ ਵੀਜ਼ਾ ਨਹੀਂ ਹੈ ਤਾਂ ਐਂਟਰੀ ਨਹੀਂ ਮਿਲੇਗੀ। ਇੰਗਲੈਂਡ ਕਿਸੇ ਨੇ ਇੰਡੀਆ ਤੋਂ ਆਉਣਾ ਹੈ, ਉਹਦੇ ਕੋਲ ਵੀਜ਼ਾ ਹੋਏਗਾ ਤਾਂ ਇੱਥੇ ਐਂਟਰੀ ਮਿਲ ਜਾਏਗੀ, ਜੇ ਵੀਜ਼ਾ ਨਹੀਂ ਹੈ ਤਾਂ ਐਂਟਰੀ ਨਹੀਂ ਮਿਲੇਗੀ। ਤਾਂ ਗੁਰੂ ਜੀ ਕਹਿੰਦੇ ਨੇ ਮੈਂ ਇੱਕ ਐਸਾ ਪਟਾ ਲਿਖਾਇਆ ਹੈ, ਖਸਮੈ ਕੇ ਦਰ ਜਾਏ, ਜੋ ਰੱਬ ਦੇ ਦਰ ਤੇ ਲੈ ਜਾਂਦਾ ਹੈ, ਜੋ ਰੱਬ ਦੇ ਦਰ ਤੇ ਅਪੜਾ ਦਿੰਦਾ। ਤੇ ਉਹ ਪਟਾ ਕਿਹੜਾ ਹੈ? ਉਹ ਮਹਿਦੂਦ ਕਿਹੜਾ ਹੈ? ਰੱਬੀ ਹੁਕਮ, ਰੱਬੀ ਸਿਫਤ ਸਲਾਹ। ਤੇ ਲਿਖਾਇਆ ਦਾ ਮਤਲਬ ਮੈਂ ਆਪਣੇ ਅੰਦਰ ਇਹਨਾਂ ਚੀਜ਼ਾਂ ਨੂੰ ਵਸਾਇਆ ਹੋਇਆ ਹੈ। ਸਤ ਸੰਤੋਖ ਦਇਆ ਧਰਮ ਮੇਰੇ ਅੰਦਰ ਲਿਖੇ ਹੋਏ ਨੇ ਪੱਕੇ ਤੌਰ ਤੇ। ਰੱਬੀ ਰਜਾ ਦੇ ਅੰਦਰ ਚੱਲਣਾ ਇਹ ਪੱਕੇ ਤੌਰ ਤੇ ਲਿਖਿਆ ਹੋਇਆ ਹੈ। ਤੇ ਇਹ ਜਿਹੜਾ ਪਟਾ ਹੈ ਇਹ ਮੈਨੂੰ ਰੱਬ ਦੇ ਦਰ ਤੱਕ ਪਹੁੰਚਾ ਦਿੰਦਾ ਹੈ, ਔਰ ਰੱਬ ਦੇ ਦਰ ਤੱਕ ਪਹੁੰਚਣ ਤੋਂ ਮੈਨੂੰ ਫਿਰ ਕੋਈ ਰੋਕ ਨਹੀਂ ਸਕਦਾ, ਚਾਹੇ ਕੋਈ ਆਰੇ ਨਾਲ ਚੀਰੇ। ਕਿੰਨਾ ਦੇਖੋ ਰੋਕਿਆ ਗਿਆ ਨਾ, ਲੇਕਿਨ ਕੀ ਉਹਨਾਂ ਨੂੰ ਸਿੱਖੀ ਦੇ ਦਰ ਤੇ, ਸਿੱਖੀ ਦੇ ਰਾਹ ਤੇ ਤੁਰਨ ਤੋਂ ਕੋਈ ਰੋਕ ਪਾਇਆ, ਜਾਂ ਉਹਨਾਂ ਨੂੰ ਸੱਚ ਤੋਂ ਕੋਈ ਦੂਰ ਕਰ ਪਾਇਆ? ਤੂੰਬੇ ਉਡਾ ਕੇ ਵੀ ਨਹੀਂ ਕਰ ਪਾਇਆ। ਤਾਂ ਗੁਰੂ ਜੀ ਨੇ ਮੈਂ ਇੱਕ ਐਸਾ ਪਟਾ ਲਿਖਾਇਆ ਹੈ ਜੋ ਖੁਦਾ ਦੀ ਹਜ਼ੂਰੀ ਦੇ ਅੰਦਰ ਜਾ ਅਪੜਦਾ ਹੈ। ਅਗਲਾ ਵਚਨ ਕਰਦੇ ਨੇ, ਦੁਨੀਆ ਕੇ ਦਰ ਕੇਤੜੇ ਕੇਤੇ ਆਵੇਂ ਜਾਹੇ। ਤਾਂ ਦੁਨੀਆ ਦੇ ਪੀਰਾਂ ਮੁਰਸ਼ਦਾਂ ਦੇ ਤਾਂ ਬੜੇ ਅੱਡੇ ਨੇ। ਦਰ ਦਾ ਮਤਲਬ ਬੜੇ ਦਰ ਨੇ, ਦਰਵਾਜ਼ੇ ਨੇ, ਬੜੇ ਅੱਡੇ ਨੇ। ਕੇਤੇ ਆਵੇਂ ਜਾਹੇ, ਕਈ ਇੱਥੇ ਆਉਂਦੇ ਨੇ ਤੇ ਕਈ ਇੱਥੇ ਚਲੇ ਜਾਂਦੇ ਨੇ। ਕੋਈ ਇੱਕ ਦਰ ਥੋੜਾ, ਕੋਈ ਇੱਕ ਅੱਡਾ ਥੋੜਾ ਹੈ। ਆ ਦੇਖ ਲਓ ਦੁਨੀਆ ਦੇ ਅੰਦਰ ਕਿੰਨੇ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਆਪੋ ਆਪਣੇ ਥਾਂ ਬਣਾਏ ਹੋਏ ਨੇ, ਡੇਰੇ ਬਣਾਏ ਹੋਏ ਨੇ, ਔਰ ਉਹ ਇਹ ਚੀਜ਼ ਦਾ ਦਾਵਾ ਕਰ ਰਹੇ ਨੇ। ਗੁਰੂ ਜੀ ਕਹਿੰਦੇ ਨੇ ਇੱਥੇ ਬਹੁਤ ਲੋਕ ਆਏ ਔਰ ਬਹੁਤ ਲੋਕ ਚਲੇ ਗਏ, ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ। ਤਾਂ ਦੁਨੀਆ ਦੇ ਪੀਰਾਂ ਮੁਰਸ਼ਦਾਂ ਦੇ ਬੜੇ ਅੱਡੇ ਨੇ। ਤਾਂ ਲੋੜ ਤਾਂ ਇਹ ਹੈ ਕਿ ਸੱਚ ਕੀ ਹੈ, ਯੂਨੀਵਰਸਲ ਟਰੁੱਥ ਕੀ ਹੈ। ਮੈਂ ਇਹਨਾਂ ਅੱਡਿਆਂ ਨੂੰ ਛੱਡ ਕੇ ਮੈਂ ਐਸਾ ਮਹਿਦੂਦ ਪਟਾ ਲਿਖਾਇਆ ਹੈ ਜੋ ਸਿੱਧਾ ਰੱਬ ਦੇ ਦਰ ਤੇ ਜਾਂਦਾ ਹੈ, ਮਤਲਬ ਸੱਚ ਦੇ ਨਾਲ ਜੋੜਦਾ ਹੈ। ਰੱਬੀ ਹੁਕਮ ਵਿੱਚ ਤੁਰਨਾ, ਰੱਬੀ ਸਿਫਤ ਸਲਾਹ ਕਰਨੀ ਹੀ ਇੱਕ ਐਸਾ ਪਟਾ ਹੈ, ਐਸਾ ਮਹਿਦੂਦ ਹੈ। ਕੇਤੇ ਮੰਗਹਿ ਮੰਗਤੇ, ਕੇਤੇ ਮੰਗ ਜਾਹੇ। ਕਈ ਮੰਗਤੇ ਨੇ ਜੋ ਇਹਨਾਂ ਪਾਸੋਂ ਮੰਗਦੇ ਨੇ ਔਰ ਮੰਗ ਕੇ ਤੁਰ ਜਾਂਦੇ ਨੇ, ਲੇਕਿਨ ਸੱਚ ਇਹਨਾਂ ਤੋਂ ਨਹੀਂ ਮਿਲਦਾ। ਜਿੰਨੇ ਵੀ ਦਰ ਨੇ ਸੇਲੀਆਂ ਟੋਪੀਆਂ ਦੇਣ ਵਾਲੇ, ਕਈ ਲੋਕ ਆਉਂਦੇ ਨੇ, ਇਹਨਾਂ ਤੋਂ ਮੰਗਦੇ ਨੇ ਔਰ ਮੰਗ ਕੇ ਚਲੇ ਜਾਂਦੇ ਨੇ। ਚਲੇ ਜਾਂਦੇ ਦਾ ਮਤਲਬ ਆਤਮਕ ਮੌਤੇ ਮਰ ਜਾਂਦੇ ਨੇ। ਔਰ ਦੇਖੋ ਕਿੱਡੀਆਂ ਵੱਡੀਆਂ ਸੱਚਾਈਆਂ ਬਿਆਨ ਕੀਤੀਆਂ ਗਈਆਂ ਨੇ। ਕਾਸ਼ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਪਾਈਏ। ਮਹਿਲਾ ਪਹਿਲਾ, 100 ਮਣ ਹਸਤੀ ਘਿਓ ਗੁੜ ਖਾਵੇ, 5 ਸੈ ਦਾਣਾ ਖਾਏ। 100 ਮਣ ਜਾਂ 5 ਸੈ ਮਣ ਭਾਵ ਬਹੁਤ ਸਾਰਾ, ਕਈ ਮਣਾ। ਹਾਥੀ ਕਿੰਨਾ ਹੀ ਘਿਓ ਗੁੜ ਤੇ ਕਈ ਮਣਾ ਦਾਣਾ ਖਾ ਲਵੇ। ਇੱਥੇ ਸੈ ਮਣ ਦਾ ਮਤਲਬ 100 ਮਣ, 500 ਮਣ, ਮਤਲਬ ਬਹੁਤ ਜ਼ਿਆਦਾ। ਹਾਥੀ ਬਹੁਤ ਸਾਰਾ ਦਾਣਾ ਖਾਏ, ਕਈ ਸਾਰਾ ਰਾਸ਼ਨ ਛਕੇ, ਫਸਲ ਖਾਏ, ਪੱਤੇ ਖਾਏ,
ਤੇ ਉਹ ਖਾ ਕੇ ਕਰਦਾ ਕੀ, ਡੱਕੈ ਫੂਕੈ ਖੇਹ ਉਡਾਵੈ ਸਾਹ ਗਏ ਪਛਤਾਏ। ਡੱਕੈ ਦਾ ਮਤਲਬ ਡਕਾਰਦਾ ਹੈ, ਫੂਕੇ ਦਾ ਮਤਲਬ ਫੂਕਾ ਮਾਰਦਾ ਹੈ, ਸ਼ੂਕਦਾ ਹੈ। ਸਾਹ ਗਏ ਦਾ ਮਤਲਬ ਜਦੋਂ ਜਿੰਦ ਨਿਕਲ ਜਾਂਦੀ ਹੈ। ਪਛਤਾਏ ਦਾ ਮਤਲਬ ਡਕਾਰਨਾ, ਸ਼ੂਕਣਾ ਉਹਦਾ ਮਿਟ ਜਾਂਦਾ ਹੈ। ਤਾਂ ਹਾਥੀ ਰੱਜ ਕੇ ਡਕਾਰਦਾ ਹੈ, ਸ਼ੂਕਦਾ ਹੈ, ਮਿੱਟੀ ਨਾਲ ਸੁੰਡ ਜਿਹੜਾ ਹੈ, ਸੁੰਡ ਦੇ ਨਾਲ ਮਿੱਟੀ ਉਡਾਉਂਦਾ ਹੈ, ਪਰ ਜਦੋਂ ਸਾਹ ਨਿਕਲ ਜਾਂਦਾ ਤਾਂ ਪਛਤਾਉਂਦਾ ਹੈ। ਉਹਦਾ ਡਕਾਰਨਾ, ਸ਼ੂਕਣਾ ਸਭ ਮੁੱਕ ਜਾਂਦਾ ਹੈ। ਤਾਂ ਇੱਥੇ ਹਾਥੀ ਦੀ ਇੱਕ ਮਿਸਾਲ ਲਈ ਹੈ। ਇੱਥੇ ਗੱਲ ਇਹ ਕਿ ਬੰਦਾ ਜਿਹੜਾ ਹੈ ਹੰਕਾਰ ਦੇ ਵਸ ਹੋਇਆ, ਕਿੰਨਾ ਸਾਰਾ ਰਾਸ਼ਨ ਖਾਂਦਾ ਪੀਂਦਾ ਹੈ, ਕਿੰਨੇ ਪਦਾਰਥ ਖਾਂਦਾ ਹੈ, ਕਿੰਨੇ ਚੰਗੇ ਚੰਗੇ ਕੱਪੜੇ ਜਾਂ ਹੋਰ ਮੌਜ ਬਹਾਰਾ ਮਾਣਦਾ ਹੈ, ਫਿਰ ਫੁੰਕਾਰਦਾ ਹੈ, ਡਕਾਰਦਾ ਹੈ, ਦੂਜਿਆਂ ਨੂੰ ਨੀਵਾਂ ਦਿਖਾਉਂਦਾ ਹੈ, ਪਰ ਆਖਿਰ ਜਦੋਂ ਆਤਮਕ ਮੌਤ ਮਰ ਜਾਂਦਾ ਹੈ ਤਾਂ ਫਿਰ ਪਛਤਾਉਂਦਾ ਹੈ। ਵਿਕਾਰਾਂ ਦਾ ਦੁੱਖ ਉਹਨੂੰ ਸਹਾਰਨਾ ਪੈਂਦਾ ਹੈ, ਫਿਰ ਜੀਵਨ ਵਿੱਚ ਪਛਤਾਵਾ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਅਨੇਕਾਂ ਕਿਸਮ ਦੇ ਭੋਗ ਕੇ, ਹੰਕਾਰ ਕਰ ਕਰਕੇ ਆਖਿਰ ਬੰਦਾ ਆਤਮਕ ਮੌਤ ਤੇ ਮਰ ਜਾਂਦਾ ਹੈ, ਔਰ ਐਸੇ ਇਨਸਾਨਾਂ ਦੇ ਜੀਵਨ ਵਿੱਚ ਸਿਰਫ ਪਛਤਾਵਾ ਰਹਿ ਜਾਂਦਾ ਹੈ। ਕਿਉਂ? ਕਿਉਂਕਿ ਵਾਪਸ ਨਹੀਂ ਜਾਇਆ ਜਾ ਸਕਦਾ, ਉਹਨਾਂ ਕਰਮਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਲਈ ਕੋਈ ਵੀ ਐਸਾ ਕਰਮ ਕਰਨ ਦਾ ਯਤਨ ਨਾ ਕਰੋ ਜਿਸ ਦਾ ਰਿਜ਼ਲਟ ਪਛਤਾਵੇ ਦੇ ਰੂਪ ਵਿੱਚ ਹੋਵੇ। ਅੰਧੀ ਫੂਕ ਮੁਈ ਦੇਵਾਨੀ। ਫੂਕ ਦਾ ਮਤਲਬ ਫੂਕਾ ਮਾਰ ਮਾਰ ਕੇ, ਯਾਨੀ ਹੰਕਾਰ ਵਿੱਚ, ਧਨ ਪਦਾਰਥ ਦੇ ਮਾਣ ਵਿੱਚ ਅੰਨੀ ਤੇ ਕਮਲੀ ਹੋਈ ਦੁਨੀਆ ਹਾਥੀ ਵਾਂਗੂ ਫੁੰਕਾਰਾਂ ਮਾਰ ਮਾਰ ਕੇ ਮਰਦੀ ਹੈ, ਆਤਮਕ ਮੌਤ ਸਹਿੜਦੀ ਹੈ। ਮੁਈ ਦਾ ਮਤਲਬ ਮਰਦੀ ਹੈ, ਆਤਮਕ ਮੌਤ ਸਹਿੜਦੀ ਹੈ। ਖਸਮ ਮਿੱਟੀ ਫਿਰ ਭਾਨੀ। ਮਿੱਟੀ ਦਾ ਮਤਲਬ ਸਮਾਈ, ਭਾਨੀ ਦਾ ਮਤਲਬ ਚੰਗੀ ਲੱਗੀ। ਖਸਮ ਮਿੱਟੀ ਫਿਰ ਭਾਨੀ, ਜੇ ਹੰਕਾਰ ਗਵਾ ਕੇ ਖਸਮ ਵਿੱਚ ਸਮਾਏ ਤਾਂ ਪ੍ਰਭੂ ਨੂੰ ਪਾਉਂਦੀ ਹੈ। ਮਿੱਟੀ ਦਾ ਮਤਲਬ ਸਮਾਈ, ਭਾਨੀ ਦਾ ਮਤਲਬ ਚੰਗੀ ਲੱਗੀ। ਤਾਂ ਜੇ ਆਪਣੇ ਹੰਕਾਰ ਨੂੰ ਖਤਮ ਕਰ ਲਵੇ ਤਾਂ ਫਿਰ ਖਸਮ ਨੂੰ ਚੰਗੀ ਲੱਗਦੀ ਹੈ। ਤਾਂ ਇਹਦਾ ਮਤਲਬ ਕਿ ਦੁਨੀਆ ਦੇ ਅੰਦਰ ਅਸੀਂ ਰੋਟੀ, ਕੱਪੜੇ, ਮਕਾਨ ਦੀਆਂ ਲੋੜਾਂ ਨੂੰ ਪੂਰੀਆਂ ਕਰਦੇ ਹਾਂ। ਜੇ ਆਪਣੇ ਅਹੰਕਾਰ ਨੂੰ ਗਵਾ ਕੇ ਨਿਮਰਤਾ ਦੇ ਨਾਲ ਸੱਚ ਦੇ ਰਾਹ ਤੇ ਤੁਰੀਏ ਤਾਂ ਅਸੀਂ ਵੀ ਰੱਬ ਨੂੰ ਪਿਆਰੇ ਲੱਗ ਸਕਦੇ ਹਾਂ, ਹੰਕਾਰ ਨਾਲ ਨਹੀਂ। ਅੱਧ ਗੁੱਲਾ ਚਿੜੀ ਕਾ ਚੁੱਗਣ, ਗੈਣ ਚੜੀ ਬਿਲ ਲਾਏ। ਗੁੱਲਾ ਦਾ ਮਤਲਬ ਗੁੱਲੀ, ਦਾਣੇ ਦੀ ਗੁੱਲੀ। ਗੈਣ ਦਾ ਮਤਲਬ ਆਕਾਸ਼ ਵਿੱਚ। ਚਿੜੀ ਦੀ ਚੋਗ ਹੈ ਅੱਧਾ ਦਾਣਾ। ਹਾਥੀ ਕਿੰਨਾ ਸਾਰਾ ਖਾਂਦਾ ਹੈ ਤੇ ਚਿੜੀ ਅੱਧਾ ਦਾਣਾ ਖਾਂਦੀ ਹੈ, ਭਾਵ ਉਹਦੀ ਖੁਰਾਕ ਥੋੜੀ ਜਿਹੀ ਹੈ। ਅੱਧ ਗੁੱਲਾ ਚਿੜੀ ਕਾ ਚੁੱਗਣ, ਵੀ ਅੱਧੀ ਗੁੱਲੀ, ਥੋੜੀ ਜਿਹੀ ਖੁਰਾਕ ਹੈ ਚਿੜੀ ਦੀ। ਗੈਣ ਚੜੀ ਬਿਲ ਲਾਏ, ਤਾਂ ਇਹ ਥੋੜੀ ਜਿਹੀ ਚੋਗ ਚੁੱਕ ਕੇ ਉਹ ਆਕਾਸ਼ ਵਿੱਚ ਉੱਡਦੀ ਔਰ ਬੋਲਦੀ ਹੈ। ਉੱਡਦੀ ਹੈ, ਬੋਲਦੀ ਹੈ, ਉੱਚੀਆਂ ਉਡਾਰੀਆਂ ਲਾਉਂਦੀ ਹੈ ਔਰ ਬੜਾ ਮਿੱਠਾ ਬੋਲਦੀ ਹੈ। ਖਸਮੈ ਭਾਵੈ ਉਹ ਚੰਗੀ, ਜੇ ਕਰੇ ਖੁਦਾਏ ਖੁਦਾਏ। ਤਾਂ ਗੁਰੂ ਜੀ ਕਹਿੰਦੇ ਨੇ ਜੋ ਉਹ ਮਾਲਕ ਪ੍ਰਭੂ ਨੂੰ ਯਾਦ ਕਰਦੀ ਹੈ ਤਾਂ ਪ੍ਰਭੂ ਨੂੰ ਪਾਉਂਦੀ ਹੈ, ਤਾਂ ਉਹ ਚਿੜੀ ਹੀ ਚੰਗੀ ਹੈ। ਇੱਕ ਪਾਸੇ ਹਾਥੀ ਹੈ ਜਿਹੜਾ ਬਹੁਤ ਸਾਰਾ ਖਾਣਾ ਖਾਂਦਾ, ਡਕਾਰਦਾ, ਸ਼ੂਕਦਾ, ਫੂਕਦਾ, ਸੁੰਨ ਨਾਲ ਮਿੱਟੀ ਉਡਾਉਂਦਾ ਹੈ। ਯਾਨੀ ਇੱਕ ਬੰਦਾ ਐਸਾ ਜੋ ਬਹੁਤ ਖਾਣਾ ਖਾਂਦਾ ਹੈ, ਪਦਾਰਥ ਭੋਗਦਾ ਹੈ, ਪਰ ਹੰਕਾਰੀ ਹੈ, ਵਿਕਾਰੀ ਹੈ, ਅਪਰਾਧੀ ਹੈ, ਤਾਂ ਉਹਨੂੰ ਅਸੀਂ ਚੰਗਾ ਨਹੀਂ ਕਹਿ ਸਕਦੇ। ਦੂਜੇ ਪਾਸੇ ਇੱਕ ਚਿੜੀ ਹੈ ਜਿਹਨੂੰ ਖੁਰਾਕ ਬੜੀ ਥੋੜੀ ਮਿਲਦੀ ਹੈ, ਪਰ ਉਹ ਆਕਾਸ਼ ਵਿੱਚ ਉੱਚਾ ਉੱਡਦੀ ਔਰ ਮਿੱਠਾ ਬੋਲਦੀ ਹੈ। ਤਾਂ ਇਸੇ ਤਰ੍ਹਾਂ ਜੇ ਕੋਈ ਬੰਦਾ ਨਿਮਾਣਾ ਹੈ, ਬੇਸ਼ੱਕ ਉਹਦੇ ਕੋਲ ਪਦਾਰਥ ਘੱਟ ਨੇ, ਪਰ ਜੇ ਉਹਦੀਆਂ ਸੋਚ ਦੀਆਂ ਉਡਾਰੀਆਂ ਉੱਚੀਆਂ ਨੇ ਔਰ ਉਹਦੀ ਬੋਲਬਾਣੀ ਮਿੱਠੀ ਹੈ, ਤਾਂ ਹਾਥੀ ਨਾਲੋਂ ਚਿੜੀ ਚੰਗੀ ਹੈ। ਹਾਥੀ ਨਾਲੋਂ ਚਿੜੀ ਚੰਗੀ ਹੈ। ਸ਼ਕਤਾ ਸਿੰਘ ਮਾਰੇ ਸਹਿ ਮਿਰਿਆ, ਸਭ ਪਿੱਛੇ ਪੈ ਖਾਏ। ਸਕਤਾ ਦਾ ਮਤਲਬ ਬਲਵਾਨ, ਸਿੰਘ ਦਾ ਮਤਲਬ ਸ਼ੇਰ, ਮਿਰਿਆ ਦਾ ਮਤਲਬ ਮਿਰਗਾਂ ਨੂੰ, ਪਿੱਛੇ ਪੈ ਦਾ ਮਤਲਬ ਪਿੱਛੇ ਤੁਰ ਕੇ, ਖਾਏ ਦਾ ਮਤਲਬ ਖਾਂਦੀ ਹੈ। ਇੱਕ ਬਲੀ ਸ਼ੇਰ ਸੈਂਕੜੇ ਮਿਰਗਾਂ ਨੂੰ ਮਾਰਦਾ ਹੈ ਤੇ ਉਸ ਸ਼ੇਰ ਦੇ ਪਿੱਛੇ ਕਈ ਹੋਰ ਜੰਗਲੀ ਪਸ਼ੂ ਵੀ ਉਹਦੀ ਭੇਟ ਭਰਦੇ ਨੇ, ਭਾਵ ਕਿ ਉਹਦੇ ਹੱਥੇ ਚੜ ਜਾਂਦੇ ਨੇ। ਹੋਏ ਸਤਾਣਾ ਕੁਰੈ ਨਾ ਮਾਵੈ, ਸਾਹ ਗਏ ਪਛਤਾਏ। ਸਤਾਣਾ ਦਾ ਮਤਲਬ ਤਗੜਾ, ਕੁਰੈ ਦਾ ਮਤਲਬ ਘੁਰਨੇ ਵਿੱਚ। ਤਾਕਤ ਦੇ ਮਾਣ ਵਿੱਚ ਉਹ ਸ਼ੇਰ ਆਪਣੇ ਘੁਰਨੇ ਵਿੱਚ ਨਹੀਂ ਸਮਾਉਂਦਾ,
ਮਤਲਬ ਹੰਕਾਰ ਕਰਕੇ ਦੂਜਿਆਂ ਨੂੰ ਦਬਾਉਂਦਾ ਹੈ, ਅਤਿਆਚਾਰ ਕਰਦਾ ਹੈ। ਸਾਹ ਗਏ ਪਛਤਾਏ, ਪਰ ਜਦੋਂ ਮਰਦਾ ਹੈ ਸਾਹ ਨਿਕਲਦਾ ਉਦੋਂ ਪਛਤਾਉਂਦਾ ਹੈ। ਇਸੇ ਤਰ੍ਹਾਂ ਗੱਲ ਸ਼ੇਰ ਦਾ ਪ੍ਰਮਾਣ ਲਿਆ ਹੈ। ਇਸੇ ਤਰ੍ਹਾਂ ਜਦੋਂ ਕੋਈ ਹੰਕਾਰੀ ਬੰਦਾ ਆਪਣੇ ਆਪ ਦੇ ਵਿੱਚ ਨਹੀਂ ਸਮਾਉਂਦਾ, ਹੰਕਾਰ ਕਰਦਾ, ਦੂਜਿਆਂ ਨੂੰ ਦੁਖੀ ਕਰਦਾ ਹੈ, ਆਪਣੇ ਆਪ ਦੇ ਅੰਦਰ ਨਹੀਂ ਟਿਕਦਾ, ਤਾਂ ਸਾਹ ਗਏ ਦਾ ਮਤਲਬ ਆਤਮਕ ਮੌਤੇ ਮਰ ਜਾਂਦਾ ਹੈ। ਆਖਿਰ ਐਸੇ ਇਨਸਾਨਾਂ ਦੀ ਜ਼ਿੰਦਗੀ ਵਿੱਚ ਵੀ ਪਛਤਾਵਾ ਰਹਿੰਦਾ ਹੈ। ਅੰਧਾ ਕਿਸ ਨੂੰ ਬੁੱਕ ਸੁਣਾਵੇ, ਬੁੱਕ ਦਾ ਮਤਲਬ ਗੱਜ ਕੇ। ਉਹ ਅੰਨਾ ਕਿਹਨੂੰ ਬੁੱਕ ਬੁੱਕ ਕੇ ਸੁਣਾ ਰਿਹਾ ਹੈ, ਕਿਹਨੂੰ ਉਹ ਆਪਣੇ ਆਪ ਨੂੰ ਵੱਡਾ ਕਰ ਕਰਕੇ ਸੁਣਾ ਰਿਹਾ ਹੈ। ਖਸਮੈ ਮੂਲ ਨਾ ਭਾਵੇ, ਕਿਉਂਕਿ ਇਹੋ ਜਿਹਾ ਹੰਕਾਰੀ ਬੰਦਾ ਰੱਬ ਨੂੰ ਤੇ ਚੰਗਾ ਹੀ ਨਹੀਂ ਲੱਗਦਾ, ਤੇ ਫਿਰ ਦੂਜਿਆਂ ਲੋਕਾਂ ਨੂੰ ਸੁਣਾਉਣ ਦਾ ਫਾਇਦਾ ਕੀ ਹੈ, ਹੰਕਾਰ ਕਰਨ ਦਾ ਫਾਇਦਾ ਕੀ ਹੈ। ਅੱਕ ਸਿਉ ਪ੍ਰੀਤ ਕਰੇ ਅੱਕ ਤਿੱਡਾ, ਅੱਕ ਡਾਲੀ ਬਹਿ ਖਾਏ। ਸ਼ੇਰ ਦੇ ਟਾਕਰੇ ਤੇ ਹੁਣ ਕਹਿੰਦੇ ਨੇ ਵੀ ਅੱਕ ਦਾ ਤ੍ਰਿਡਾ ਅੱਕ ਨਾਲ ਪਿਆਰ ਕਰਦਾ ਹੈ, ਤੇ ਅੱਕ ਦੀ ਡਾਲੀ ਤੇ ਬਹਿ ਕੇ ਅੱਕ ਖਾਂਦਾ ਹੈ। ਅੱਕ ਦੇ ਤ੍ਰਿਡੇ ਦੇਖੇ ਹੁੰਦੇ ਤੁਸੀਂ, ਜਿਹਨੂੰ ਰੱਬ ਦਾ ਘੋੜਾ ਵੀ ਕਹਿ ਦਿੰਦੇ ਨੇ। ਉਹ ਅੱਕ ਦੀਆਂ ਟਹਿਣੀਆਂ ਤੇ ਬਹਿੰਦੇ ਨੇ, ਅੱਕ ਦੇ ਫੁੱਲਾਂ ਦੇ ਵਿੱਚੋਂ ਹੀ ਰਸ ਮਾਣਦੇ ਨੇ, ਔਰ ਅੱਕ ਹੀ ਖਾਂਦੇ ਨੇ ਘੋੜਾ। ਖਸਮੈ ਭਾਵੈ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ। ਪਰ ਗੁਰੂ ਜੀ ਕਹਿੰਦੇ ਨੇ ਜੇ ਉਹ ਅੱਕ ਤਿੱਡਾ ਰੱਬ ਨਾਲ ਪਿਆਰ ਕਰਦਾ ਹੈ, ਰੱਬ ਦੀ ਸਿਫਤ ਸਲਾਹ ਕਰਦਾ ਹੈ, ਤਾਂ ਰੱਬ ਨੂੰ ਚੰਗਾ ਲੱਗਦਾ ਹੈ, ਤਾਂ ਉਹਦੇ ਨਾਲੋਂ ਫਿਰ ਅੱਕ ਦਾ ਤਿੱਡਾ ਜਿਹੜਾ ਹੈ ਚੰਗਾ ਹੈ। ਤਾਂ ਇਹਦਾ ਮਤਲਬ ਜੇ ਕੋਈ ਬੰਦਾ ਰੱਬੀ ਸਿਫਤ ਸਲਾਹ ਕਰਦਾ ਹੈ, ਗੁਣਾਂ ਦਾ ਧਾਰਨੀ ਹੈ, ਆਚਰਨ ਦਾ ਉੱਚਾ ਸੁੱਚਾ ਹੈ, ਸੋਚ ਉਹਦੀ ਬਹੁਤ ਚੰਗੀ ਹੈ, ਪਰ ਉਹਦੇ ਕੋਲ ਖਾਣ ਪੀਣ ਦੇ ਸਵਾਦਲੇ ਪਦਾਰਥ ਨਹੀਂ ਹਨ, ਪਰ ਇਨਸਾਨੀਅਤ ਹੈ, ਤਾਂ ਉਹ ਇਨਸਾਨ ਚੰਗਾ ਹੈ। ਨਾਨਕ ਦੁਨੀਆ ਚਾਰ ਦਿਹਾੜੇ ਸੁਖ ਕੀਤੇ ਦੁੱਖ ਹੋਈ। ਸੁਖ ਕੀਤੇ ਦਾ ਮਤਲਬ ਮੌਜਾਂ ਮਾਣਿਆ। ਤਾਂ ਦੁਨੀਆ ਵਿੱਚ ਜੀਣਾ 4 ਦਿਨਾਂ ਦਾ ਹੈ, ਇੱਥੇ ਮੌਜਾਂ ਮਾਣਿਆ। ਜੇ ਸੱਚ ਨੂੰ ਛੱਡ ਦਈਏ, ਇਨਸਾਨੀਅਤ ਨੂੰ ਗਵਾ ਕੇ ਮੌਜਾਂ ਮਾਣੀਏ, ਤਾਂ ਜੀਵਨ ਦੇ ਅੰਦਰ ਸਿਰਫ ਦੁੱਖ ਹੀ ਨਿਕਲਦੇ ਨੇ। ਗੱਲਾਂ ਵਾਲੇ ਹੈਨ ਕਨੇਰੇ ਛੱਡ ਨਾ ਸਕੇ ਕੋਈ। ਦੁਨੀਆ ਦੀ ਮਿਠਾਸ ਐਸੀ ਹੈ, ਵਿਕਾਰ ਐਸੇ ਨੇ ਕਿ ਲੋਕ ਗੱਲਾਂ ਤੇ ਕਰਦੇ ਨੇ ਵੀ ਵਿਕਾਰ ਨਾ ਕਮਾਓ, ਪਾਪ ਨਾ ਕਮਾਓ, ਪਰ ਛੱਡਦੇ ਨਹੀਂ, ਛੱਡ ਕੋਈ ਨਹੀਂ ਸਕ ਰਿਹਾ। ਮੱਖੀ ਮਿੱਠੇ ਮਰਨਾ, ਮੱਖੀਆਂ ਇਸ ਮਿਠਾਸ ਉੱਤੇ ਮਰਦੀਆਂ ਨੇ। ਜਿਹੜੀ ਮੱਖੀ ਚਿਪਚਿਪੇ ਗੁੜ ਤੇ ਬਹਿ ਜਾਏਗੀ, ਉਹਦੀ ਮੌਤ ਹੋ ਜਾਏਗੀ। ਇਸੇ ਤਰ੍ਹਾਂ ਉਹ ਇਨਸਾਨ ਜੋ ਜਿਹੜਾ ਵਿਕਾਰਾਂ ਨਾਲ ਚਿਪਕਣਗੇ, ਉਹਨਾਂ ਦੀ ਮੌਤ ਹੋਵੇਗੀ। ਜਿਨ ਤੂੰ ਰੱਖੈ ਤਿਨ ਨੇੜ ਨਾ ਆਵੇ, ਤਿਨ ਭਉ ਸਾਗਰ ਤਰਨਾ। ਪਰ ਹੇ ਪ੍ਰਭੂ, ਜਿਨ੍ਹਾਂ ਦੀ ਰਾਖੀ ਤੂੰ ਕਰਦਾ ਹੈ, ਉਹ ਵਿਕਾਰਾਂ ਦੇ ਸਾਗਰ ਨੂੰ ਤਰ ਜਾਂਦੇ ਨੇ, ਉਹ ਇਸ ਸੰਸਾਰ ਸਾਗਰ ਤੋਂ ਪਾਰ ਉਤਰ ਜਾਂਦੇ ਨੇ। 2 ਮਿੰਟ ਮੈਂ ਆਪ ਦੇ ਵੱਧ ਲੈ ਰਿਹਾ। ਅਗਮ ਅਗੋਚਰ ਤੂੰ ਧਣੀ, ਸੱਚਾ ਅਲਖ ਅਪਾਰ। ਪੌੜੀ ਵਿੱਚ ਗੁਰੂ ਜੀ ਬਿਆਨ ਕਰ ਰਹੇ ਨੇ ਪੌੜੀ। ਅਗਮ ਅਗੋਚਰ ਤੂੰ ਧਣੀ, ਸੱਚਾ ਅਲਖ ਅਪਾਰ। ਕਿ ਹੇ ਪ੍ਰਭੂ, ਤੂੰ ਅਪਹੁੰਚ ਹੈ, ਮਨੁੱਖੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਸਭ ਦਾ ਮਾਲਕ ਹੈ, ਸਦਾ ਥਿਰ ਹੈ, ਅਦ੍ਰਿਸ਼ਟ ਹੈ, ਔਰ ਅੰਤ ਤੋਂ ਪਰੇ ਹੈ। ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨਹਾਰ। ਸਾਰੇ ਜੀਵ ਤੇਰੇ ਮੰਗਤੇ ਨੇ, ਤੂੰ ਦਾਤਾ ਹੈ, ਸਭ ਨੂੰ ਦੇਣ ਜੋਗਾ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਤੂੰ ਹੀ ਹੈ, ਸੇਲੀਆਂ ਟੋਪੀਆਂ ਵਾਲੇ ਨਹੀਂ। ਜਿਨੀ ਸੇਵਿਆ ਤਿਨੀ ਸੁਖ ਪਾਇਆ, ਗੁਰਮਤੀ ਵਿਚਾਰ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਦੀ ਰਾਹੀਂ ਉੱਚੀ ਸਮਝ ਹਾਸਲ ਕਰਕੇ ਤੈਨੂੰ ਯਾਦ ਕੀਤਾ, ਜੋ ਤੇਰੇ ਗੁਣਾਂ ਦੇ ਧਾਰਨੀ ਹੋਏ, ਉਹਨਾਂ ਨੇ ਸੁਖ ਹਾਸਲ ਕੀਤਾ, ਸੁਖ ਪ੍ਰਾਪਤ ਕੀਤਾ। ਇਕਨਾਂ ਨੂੰ ਤੁਧ ਐਵੇਂ ਭਾਵਦਾ, ਮਾਇਆ ਨਾਲ ਪਿਆਰ। ਇਕਨਾਂ ਨੂੰ ਦਾ ਮਤਲਬ ਕਈ ਜੀਵਾਂ ਨੂੰ, ਐਵੇਂ ਭਾਵਦਾ ਦਾ ਮਤਲਬ ਐਵੇਂ ਹੀ ਚੰਗਾ ਲੱਗਦਾ ਹੈ, ਤੁਧ ਦਾ ਮਤਲਬ ਤੈਨੂੰ। ਪਰ ਹੇ ਪ੍ਰਭੂ, ਕਈ ਜੀਵਾਂ ਨੂੰ ਮਾਇਆ ਦੇ ਨਾਲ ਪਿਆਰ ਕਰਨਾ ਹੀ ਚੰਗਾ ਲੱਗਦਾ ਹੈ, ਔਰ ਤੈਨੂੰ ਵੀ ਇਹੀ ਭਾਉਂਦਾ ਹੈ। ਭਾਵ ਕਿ ਉਹ ਤੇਰੇ ਭਾਣੇ ਦੇ ਅੰਦਰ, ਤੇਰੀ ਰਜ਼ਾ ਦੇ ਅੰਦਰ ਮਾਇਆ ਦੇ ਪ੍ਰੇਮੀ ਹੋ ਗਏ ਨੇ, ਵਿਕਾਰਾਂ ਦੇ ਨਾਲ ਪਿਆਰ ਕਰੀ ਜਾ ਰਹੇ। ਗੁਰ ਕੈ ਸ਼ਬਦ ਸਲਾਹੀ ਹੈ, ਅੰਤਰ ਪ੍ਰੇਮ ਪਿਆਰ। ਸਤਿਗੁਰ ਦੇ ਸ਼ਬਦ ਦੀ ਰਾਹੀਂ ਹਿਰਦੇ ਵਿੱਚ ਪ੍ਰੇਮ ਪਿਆਰ ਪੈਦਾ ਕਰਕੇ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਯਾਨੀ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋ ਸਕਦੇ ਹਾਂ। ਵਿਣ ਪ੍ਰੀਤੀ ਭਗਤ ਨਾ ਹੋਵਈ, ਵਿਣ ਸਤਿਗੁਰ ਨਾ ਲੱਗੇ ਪਿਆਰ। ਪ੍ਰੇਮ ਤੋਂ ਬਿਨਾਂ ਬੰਦਗੀ ਨਹੀਂ ਹੁੰਦੀ, ਪ੍ਰੇਮ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਪ੍ਰੇਮ ਤੋਂ ਬਿਨਾਂ ਰੱਬੀ ਰਾਹਾਂ ਵਿੱਚ ਨਹੀਂ ਤੁਰਿਆ ਜਾਂਦਾ, ਤੇ ਸਤਿਗੁਰ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਇਹ ਪਿਆਰ ਨਹੀਂ ਮਿਲਦਾ। ਤੂੰ ਪ੍ਰਭ, ਇੱਥੇ ਵਿਸ਼ਰਾਮ ਲਾਣਾ ਹੈ। ਤੂੰ ਪ੍ਰਭ ਸਭ ਤੁਧ ਸੇਵਦੇ, ਇੱਕ ਢਾਡੀ ਕਰੇ ਪੁਕਾਰ। ਕਿ ਤੂੰ ਸਭ ਦਾ ਮਾਲਕ ਹੈ, ਸਾਰੇ ਜੀਵ ਤੈਨੂੰ ਸੇਵਦੇ ਦਾ ਮਤਲਬ ਤੇਰੇ ਹੁਕਮ ਵਿੱਚ ਤੁਰਦੇ ਨੇ,
ਤੇ ਮੈਂ ਤੇਰਾ ਢਾਡੀ ਸਿਫਤ ਸਲਾਹ ਕਰਨ ਵਾਲਾ ਤੇਰੇ ਦਰ ਤੇ ਪੁਕਾਰ ਕਰਦਾ ਹਾਂ। ਤੇ ਮੰਗਦਾ ਕੀ ਹਾਂ? ਦੇਹ ਦਾਨ ਸੰਤੋਖੀਆ, ਸੱਚਾ ਨਾਮ ਮਿਲੇ ਆਧਾਰ। ਸੰਤੋਖੀਆ ਦਾ ਮਤਲਬ ਮੈਂ ਸੰਤੋਖਿਆ ਜਾਵਾਂ, ਮੈਂ ਸੰਤੋਖੀ ਹੋ ਜਾਵਾਂ। हे ਪ੍ਰਭੂ, ਮੈਨੂੰ ਆਪਣੇ ਹੁਕਮ ਦਾ ਆਸਰਾ ਬਖਸ਼, ਮੈਨੂੰ ਤੇਰਾ ਸਦਾ ਕਾਇਮ ਰਹਿਣ ਵਾਲਾ ਹੁਕਮ ਜਿਹੜਾ ਹੈ ਜ਼ਿੰਦਗੀ ਦਾ ਆਸਰਾ ਮਿਲੇ, ਜਿਹਦੀ ਬਰਕਤ ਦੇ ਨਾਲ ਮੈਂ ਸੰਤੋਖ ਵਾਲਾ ਹੋ ਜਾਵਾਂ, ਜਿਸ ਦੀ ਬਰਕਤ ਨਾਲ ਮੇਰੇ ਜੀਵਨ ਦੇ ਅੰਦਰ ਸੰਤੋਖ ਆ ਜਾਏ, ਖੁਸ਼ੀਆਂ ਔਰ ਖੇੜੇ ਆ ਜਾਣ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਮੈਂ ਆਪ ਦੇ 5-4 ਮਿੰਟ ਜ਼ਿਆਦਾ ਲੈ ਗਿਆ, ਔਰ ਉਹ ਇਸ ਕਰਕੇ ਕਿ ਕੱਲ ਨੂੰ ਫਿਰ ਉਹ ਟੌਪਿਕ ਜਿਹੜਾ ਹੈ ਰਲਦਾ ਨਹੀਂ ਹੈ। ਤਾਂ ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਅਨਮਿਊਟ ਹੋ ਸਕਦਾ ਹੈ। ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ, ਉਹ ਆਪਣੇ ਵਿਊਜ਼ ਦੇ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ